ਜੂਨ 1984 ਦੇ ਸੰਘਰਸ਼ ਦਾ ਮੁੱਢ 1978 ਦੀ ਵਿਸਾਖੀ ਦੇ ਨਾਲ ਵੱਜਦਾ ਹੈ, ਜਦੋਂ ਨਿਰੰਕਾਰੀਆਂ ਵੱਲੋਂ 13 ਸਿੱਖਾਂ ਨੂੰ ਅੰਮ੍ਰਿਤਸਰ ਵਿੱਚ ਸ਼ਹੀਦ ਕਰ ਦਿੱਤਾ ਗਿਆ। ਅੰਮ੍ਰਿਤਸਰ ਵਾਲੀ ਘਟਨਾ ਤੋਂ ਪਹਿਲਾਂ ਮਹਿਤਾ ਚੌਕ, ਘੁਮਾਣ, ਕਈ ਥਾਵਾਂ ਤੇ ਗੱਲਾਂ ਝੜਪਾਂ ਛੋਟੀਆਂ ਹੋ ਚੁੱਕੀਆਂ ਸੀ, ਜਦੋਂ ਉਹਨਾਂ ਨੂੰ ਜਾ ਕੇ ਕਿਹਾ ਗਿਆ ਵੀ ਤੁਸੀਂ ਇਹ ਕੰਮ ਨਾ ਕਰੋ। ਸਿੱਖਾਂ ਨੂੰ ਗੁਰੂ ਦੇ ਸਿਧਾਂਤ ਨਾਲੋਂ ਤੋੜਨ ਦੇ ਲਈ ਯੋਜਨਾਬੰਦ ਤਰੀਕੇ ਨਾਲ ਕੰਮ ਸ਼ੁਰੂ ਕੀਤੇ ਗਏ। ਸਿੱਖਾਂ ਦਾ ਕੁਝ ਸੈਕਸ਼ਨ ਜਿਹੜਾ ਸੈਕੂਲਰਿਸਟ ਤੇ ਲੈਫਟਿਸਟ ਹੈ, ਉਹਨਾਂ ਨੇ ਇਹ ਪੈਂਤਰਾ ਲਿਆਂਦਾ ਕਿ ਜਿਹੜੀ ਸਿੱਖ ਕੌਮ ਹੈ ਇਹਦਾ ਕੋਈ ਆਧਾਰ ਨਹੀਂ। ਪੰਜਾਬੀ ਕੌਮ ਦਾ ਕੋਈ ਸੰਕਲਪ ਹੀ ਨਹੀਂ ਹੈਗਾ, ਇਹ ਡੱਕਿਆਨੂਸੀ ਤੇ ਫੇਲਡ ਸੰਕਲਪ ਹੈਗਾ। ਔਰ ਬਹੁਤ ਵੱਡਾ ਸਿੱਖ ਕੌਮ ਨਾਲ ਧੋਖਾ, ਔਰ ਇਹਦੇ 'ਚ ਸਾਡੇ ਜਿਹੜੇ ਆਪਣੇ ਆ ਉਹਨਾਂ ਦਾ ਸਾਰਿਆਂ ਦਾ ਜ਼ੋਰ ਲੱਗਾ ਹੋਇਆ ਵੀ ਪੰਜਾਬੀ ਪੰਜਾਬੀਅਤ। ਜਦੋਂ ਇਹ ਸਿਧਾਂਤਕ ਹਮਲੇ ਹੋ ਰਹੇ ਸਨ, ਸਿੱਖਾਂ ਦਾ ਮੋਰਚਾ ਪੂਰਾ ਖਾਲੀ ਨਹੀਂ ਸੀ। ਕੁਝ ਕੁ ਸਿੱਖ ਵਿਦਵਾਨਾਂ ਨੇ ਆਪਣੀ ਪੂਰੀ ਵਾਹ ਲਗਾਈ। ਅਸੀਂ ਪਿਛਲੇ ਪ੍ਰੋਗਰਾਮ ਵਿੱਚ ਜਾਣ ਕੇ ਆਏ ਹਾਂ ਕਿ ਕਿਵੇਂ ਆਰਐਸਐਸ ਵੱਲੋਂ ਸਿੱਖਾਂ ਨਾਲ ਦੋਹਰੀ ਨੀਤੀ ਵਰਤੀ ਗਈ। ਅਸੀਂ ਇਹ ਵੀ ਜਾਣਿਆ ਕਿ ਪੰਜਾਬੀ ਸੂਬੇ ਸਮੇਂ ਕਿੱਥੇ ਖੜਾ ਸੀ ਪੰਜਾਬ ਦਾ ਹਿੰਦੂ ਵਰਗ, ਕਿਸ ਯੋਜਨਾ ਦੇ ਤਹਿਤ ਹੋਏ ਪੰਜਾਬੀ ਅਤੇ ਗੁਰਮੁਖੀ ਤੇ ਹਮਲੇ। ਤੇ ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ ਸਮਿਆਂ ਦੀ ਜਦੋਂ ਪੰਜਾਬ ਵਿੱਚ ਸੰਘਰਸ਼ ਜ਼ੋਰਾਂ ਤੇ ਸੀ। 80ਵਿਆਂ ਦੇ ਮੁੱਢ ਵਿੱਚ ਸਿੱਖਾਂ ਅੰਦਰ ਆਪਣੀ ਵੱਖਰੀ ਹੋਂਦ ਨੂੰ ਲੈ ਕੇ ਚੇਤਨਤਾ ਪੈਦਾ ਹੋ ਚੁੱਕੀ ਸੀ। ਸਿੱਖ ਆਪਣੀ ਵੱਖਰੀ ਹੋਂਦ ਹਸਤੀ ਨੂੰ ਲੈ ਕੇ ਜਾਗਰੂਕ ਸਨ। ਸਰਕਾਰ ਵੱਲੋਂ ਇਸ ਮਸਲੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਹਿਮ ਕਦਮ ਚੁੱਕੇ ਗਏ। ਹੋਮ ਮਿਨਿਸਟਰੀ ਨੇ ਸਿੱਖਾਂ ਅੰਦਰ ਪੈਦਾ ਹੋ ਚੁੱਕੀ ਰਾਜਸੀ ਚੇਤਨਾ ਨੂੰ ਮਿਟਾਉਣ ਲਈ ਆਪਣੇ ਸਕੱਤਰੇਤ ਨੂੰ ਇੱਕ ਨੋਟ ਤਿਆਰ ਕਰਨ ਦੇ ਆਦੇਸ਼ ਦਿੱਤੇ। ਕੁੱਲ 24 ਪੈਰਿਆਂ ਦੇ ਇਸ ਨੋਟ ਅੰਦਰ ਸਿੱਖਾਂ ਨੂੰ ਹਿੰਦੂ ਸਮਾਜ ਦਾ ਅੰਗ ਦੱਸਿਆ ਗਿਆ। ਸਿੱਖ ਇੱਕ ਵੱਖਰੀ ਕੌਮ ਹਨ, ਇਸ ਦੇ ਉੱਤੇ ਗਹਿਰੀ ਚਿੰਤਾ ਪ੍ਰਗਟਾਈ ਗਈ। ਇਸ ਧਾਰਨਾ ਨੂੰ ਵੱਖਵਾਦੀ ਸੋਚ ਕਿਹਾ ਗਿਆ ਤੇ ਇਸ ਨੂੰ ਖਤਮ ਕਰਨ ਦੇ ਲਈ ਯੋਜਨਾ ਤਿਆਰ ਕੀਤੀ ਗਈ, ਜਿਸ ਦਾ ਸੈਂਟਰ ਪੁਆਇੰਟ ਸੀ ਕਿ ਸਿੱਖ ਕੌਮ ਦੇ ਵਿਰੁੱਧ ਪੰਜਾਬੀ ਕੌਮੀਅਤ ਦੀ ਧਾਰਨਾ ਨੂੰ ਪ੍ਰਚਾਰਿਆ ਜਾਵੇ। ਪੰਜਾਬੀ ਕੌਮ ਅਤੇ ਪੰਜਾਬੀ ਕੌਮੀਅਤ ਨੂੰ ਆਮ ਲੋਕਾਂ ਵਿੱਚ ਹਰਮਨ ਪਿਆਰਾ ਬਣਾਇਆ ਜਾਵੇ। ਇਸ ਤਰੀਕੇ ਨਾਲ ਸਿੱਖਾਂ ਨੂੰ ਗੁਰੂ ਦੇ ਸਿਧਾਂਤ ਨਾਲੋਂ ਤੋੜਨ ਦੇ ਲਈ ਯੋਜਨਾਬੰਦ ਤਰੀਕੇ ਨਾਲ ਕੰਮ ਸ਼ੁਰੂ ਕੀਤੇ ਗਏ, ਜਿਸ ਵਿੱਚ ਹਿੰਦੂਤਵੀ, ਉਦਾਰਪੰਥੀ, ਖੱਬੇ ਪੱਖੀ, ਬੁੱਧੀਜੀਵੀਆਂ ਅਤੇ ਸੰਪਾਦਕਾਂ, ਇਸ ਦੇ ਨਾਲ ਪੱਤਰਕਾਰਾਂ, ਲੇਖਕਾਂ, ਰਾਜਸੀ ਨੇਤਾਵਾਂ ਨੇ ਆਪਣਾ ਡਟਵਾਂ ਯੋਗਦਾਨ ਦਿੱਤਾ, ਜਿਸ ਦੇ ਸਿੱਟੇ ਵਜੋਂ ਅੱਜ ਸਾਡੇ ਸਿੱਖ ਭਰਾ ਰਸਮੀ ਤੌਰ ਤੇ ਆਪਣੇ ਆਪ ਨੂੰ ਸਿੱਖ ਮੰਨਦੇ ਹਨ, ਪਰ ਕੌਮੀ ਤੌਰ ਤੇ ਪੰਜਾਬੀ ਅਤੇ ਭਾਰਤੀ ਅਖਵਾ ਕੇ ਮਾਣ ਮਹਿਸੂਸ ਕਰਦੇ ਹਨ। ਦੇਖੋ, ਜਦੋਂ ਉਹਨਾਂ ਨੂੰ ਇਹ ਲੱਗਿਆ ਕਿ ਜਿਹੜੇ ਸਿੱਖ ਹਨ ਨਾ, ਉਹ ਆਪਦੇ ਆਪ ਨੂੰ ਇੱਕ ਕੌਮ ਕਹਿ ਰਹੇ ਨੇ, ਆਇਡੈਂਟੀਟੀ ਹੈ ਨਾ, ਸਿੱਖ ਆਇਡੈਂਟੀਟੀ ਨੂੰ ਤੁਸੀਂ ਕੀ ਨਾਂ ਦੇਣਾ ਹੈ। ਚਲੋ, ਸਿੱਖਾਂ ਦੇ ਇਹ ਹੈ ਤਾਂ ਵੈਸੇ ਮਾਡਰਨ ਟਰਮੀਨਾਲੋਜੀ, ਉਂਝ ਠੀਕ ਹੈ, ਸਾਡੀ ਟ੍ਰੈਡੀਸ਼ਨ 'ਚ ਅਸੀਂ ਕੌਮ ਹੋਰ ਤਰ੍ਹਾਂ ਵਰਤਦੇ ਆਏ ਹਾਂ। ਕਮਿਊਨਿਟੀ ਨੂੰ ਕੌਮ ਕਹਿ ਦਿੰਦੇ ਸੀ। ਸੋ ਇਹ ਇੱਕ ਇਸ ਤਰ੍ਹਾਂ ਦੀ ਜਿਹੜੀ ਮਾਡਰਨ ਨੇਸ਼ਨ ਦੀ ਡੈਫੀਨੀਸ਼ਨ ਹੈ, ਉਹਦੇ ਮੁਤਾਬਕ ਨਹੀਂ। ਪਰ ਇਹ ਗੱਲ ਆਪਾਂ ਪਾਸੇ ਛੱਡ ਦਈਏ। ਸਿੱਖਸ ਆਰ ਏ ਪੋਲੀਟੀਕਲ ਕਮਿਊਨਿਟੀ, ਇਹ ਦੁਨੀਆ 'ਚ ਐਸਟੈਬਲਿਸ਼ ਹੋ ਚੁੱਕਿਆ ਫੈਕਟ ਸੀ ਕਿ ਇਕੱਲਾ ਇਹ ਧਾਰਮਿਕ ਫਿਰਕਾ ਨਹੀਂ, ਰਾਜ ਕੀਤਾ ਹੈ, ਰਾਜ ਵਾਸਤੇ ਲੜੇ ਨੇ, ਅਤੇ ਉਹ ਤਾਂ ਇੱਕ ਐਸਟੈਬਲਿਸ਼ ਹੋ ਚੁੱਕਿਆ ਫੈਕਟ ਸੀ ਨਾ। ਅਤੇ ਇਸ ਕਰਕੇ ਫਿਰ ਉਹਦੇ ਖਿਲਾਫ ਇੱਕ ਤਾਂ ਉਹ ਕਨਫਿਊਜ਼ਨ ਪੈਦਾ ਕਰਨਾ, ਇੱਕ ਸਿੱਖਾਂ ਦਾ ਕੁਝ ਸੈਕਸ਼ਨ ਜਿਹੜਾ ਸੈਕੂਲਰਿਸਟ ਤੇ ਲੈਫਟਿਸਟ ਹੈ, ਉਹਨਾਂ ਨੇ ਇਹ ਪੈਂਤਰਾ ਲਿਆਂਦਾ ਕਿ ਜਿਹੜੀ ਸਿੱਖ ਕੌਮ ਹੈ ਇਹਦਾ ਕੋਈ ਆਧਾਰ ਨਹੀਂ। ਕੌਮ ਦੀ ਡੈਫੀਨੀਸ਼ਨ ਆਹ ਹੁੰਦੀ ਹੈ ਜੋ ਮਾਡਰਨ, ਕਿ ਇੱਕ ਸਾਂਝੀ ਬੋਲੀ, ਇੱਕ ਸਾਂਝਾ ਸੱਭਿਆਚਾਰ, ਜੋ ਵੀ ਹੈ ਨਾ। ਉਹਨੇ ਕਿਹਾ ਵੀ ਇਹ ਸਾਰੇ ਪੰਜਾਬ ਦੀ ਸਾਂਝੇ ਹੈ, ਬੋਲੀ ਸਾਂਝੀ ਹੈ, ਅਤੇ ਧਰਮ ਆਧਾਰ ਨਹੀਂ ਬਣਦਾ ਕੌਮ ਦਾ। ਇਹ ਮੈਂ ਕਿਤਾਬ ਦੇ ਵਿੱਚ ਵੀ ਕਾਫੀ ਸਪਸ਼ਟ ਕੀਤਾ ਵੀ ਇਹ ਫਾਰਮੂਲੇ ਉਹਨਾਂ ਨੇ ਆਪਦੇ ਬਣਾ ਲਏ। ਜਿਹੜਾ ਪੰਜਾਬੀ ਕੌਮ ਦਾ ਇਹ ਆ ਰਿਹਾ ਹੈਗਾ ਨਾ, ਪੰਜਾਬੀ ਕੌਮ ਦੀ ਕੋਈ ਸਿਧਾਂਤਕ ਵੈਲਿਊ ਨਹੀਂ ਹੈਗੀ। ਪੰਜਾਬੀ ਕੌਮ ਦਾ ਕੋਈ ਸੰਕਲਪ ਹੀ ਨਹੀਂ ਹੈਗਾ, ਇਹ ਡੱਕਿਆਨੂਸੀ ਤੇ ਫੇਲਡ ਸੰਕਲਪ ਹੈਗਾ। ਇਹ ਜਸਟ ਕੁਝ ਲੋਕਾਂ ਵੱਲੋਂ ਉਭਾਰਿਆ ਗਿਆ। ਪੰਜਾਬੀ ਕੌਮ ਕੁਝ ਵੀ ਨਹੀਂ ਹੈ, ਸਿਰਫ ਸਿੱਖ ਕੌਮ ਹੈ ਜਾਂ ਹਿੰਦੂ ਕੌਮ ਹੈ ਨਾ। ਪੰਜਾਬ ਵਿੱਚ ਸਿੱਖ ਕੌਮ ਹੈ ਜਾਂ ਜਿਹੜੀਆਂ ਧਰਮ ਦੇ ਆਧਾਰ 'ਤੇ ਕੋਈ ਹੋਰ ਕੌਮ ਵੱਸਦੀ ਹੋਊਗੀ। ਸੋ ਉਹ ਕਹਿ ਰਹੇ ਨੇ ਵੀ ਬੋਲੀ ਦਾ ਇੱਕ ਤਰ੍ਹਾਂ ਵੀ ਜਿਹੜੀ ਬੋਲੀ ਦੇ ਆਧਾਰ ਤੇ ਕੌਮ ਹੁੰਦੀ ਹੈ, ਉਹਦੇ ਲਈ ਜਿਹੜਾ ਸਿਧਾਂਤ ਲੈ ਕੇ ਆ ਰਹੇ ਨੇ, ਉਹ ਸਟਾਲਨ ਦੀ ਜਿਹੜੀ ਕੌਮਾਂ ਬਾਰੇ ਭਾਸ਼ਾ ਨਾ ਉਹ ਲੈ ਕੇ ਆ ਰਹੇ ਨੇ। ਜਿਹੜੀ ਪਰਿਭਾਸ਼ਾ ਹੈਗੀ ਆ ਆਇਆ ਲੈਫਟਿਸਟਾਂ ਵੱਲੋਂ ਸੀ,
ਤੇ ਇਹਦੇ 'ਚ ਇਹਨੂੰ ਜ਼ਿਆਦਾ ਜਿਹੜੀ ਪ੍ਰਮੁੱਖਤਾ ਦਿੱਤੀ ਆ ਉਹ ਕੁਲਦੀਪ ਨਈਅਰ ਤੇ ਇੰਦਰ ਕੁਮਾਰ ਗੁਜਰਾਲ ਨੇ ਦਿੱਤੀ ਆ, ਕਿਉਂਕਿ ਉਹ ਵੀ ਆਪਣੇ ਆਪ ਨੂੰ ਪੰਜਾਬੀ ਸਮਝਦੇ ਸੀ। ਉਹਨਾਂ ਦਾ ਕੋਈ ਨਾ ਦਾ ਪੰਜਾਬੀ ਨਾਲ ਕੋਈ ਮੋਹ ਪਿਆਰ ਸੀ, ਨਾ ਉਹਨਾਂ ਦਾ ਪੰਜਾਬ ਨਾਲ ਕੋਈ ਮੋਹ ਪਿਆਰ ਸੀ। ਉਹ ਦੋਵੇਂ ਬੰਦੇ ਪੂਰੀ ਤਰ੍ਹਾਂ ਰਾਜਨੀਤੀਵਾਨ ਸੀ। ਉਹਨਾਂ ਨੂੰ ਭਾਰਤ ਸਰਕਾਰ ਨੇ ਵਰਤਿਆ ਸੀ ਆਪਣੇ ਹਿੱਤਾਂ ਲਈ, ਵੀ ਤੁਸੀਂ ਸਿੱਖਾਂ ਦੇ ਜਿਹੜੀ ਕੌਮੀ ਨਿਆਰਾ ਪਾਣਾ ਉਹਦੇ ਮੁਕਾਬਲੇ ਤੇ ਇਹ ਸਿਧਾਂਤ ਘੇਰਾਬੰਦੀ ਦਾ ਹਿੱਸਾ ਸੀ, ਵੀ ਉਹਦੇ ਮੁਕਾਬਲੇ ਤੇ ਕੋਈ ਇਹੋ ਜਿਹਾ ਸੰਕਲਪ ਘੜੋ ਜਿਹਦੇ ਨਾਲ ਸਿੱਖਾਂ ਵਿੱਚੋਂ ਆਪਣੀ ਸਿੱਖਾਂ ਦੇ ਤੌਰ ਤੇ ਜਿਹੜੀ ਨਿਆਰੀ ਸੋਚ ਆ ਉਹ ਖਤਮ ਹੋ ਸਕੇ ਹੌਲੀ ਹੌਲੀ। ਇਹ ਵੱਡਾ ਪ੍ਰੋਜੈਕਟ ਸੀ। ਉਹਦੇ 'ਚੋਂ ਫਿਰ ਕੁਲਦੀਪ ਨਈਅਰ ਤੇ ਇੰਦਰ ਕੁਮਾਰ ਗੁਜਰਾਲ ਨੇ ਕੁਝ ਅਖਬਾਰਾਂ ਵਾਲਿਆਂ ਨਾਲ ਮਿਲ ਕੇ ਪੰਜਾਬੀ ਕੌਮ ਦਾ ਜਿਹੜਾ ਸੰਕਲਪ ਆ ਉਹ ਲੈ ਕੇ ਆਂਦਾ। ਉਹ ਕਹਿੰਦੇ ਵੀ ਜਿਹੜੀ ਭਾਸ਼ਾ ਉਹਦੇ 'ਚੋਂ ਇਹ ਹੈਗਾ ਵੀ ਸਿੱਖ ਵੀ ਪੰਜਾਬੀ ਭਾਸ਼ਾ ਬੋਲਦੇ ਨੇ ਤੇ ਪੰਜਾਬ ਦੇ ਹਿੰਦੂ ਵੀ ਪੰਜਾਬੀ ਭਾਸ਼ਾ ਬੋਲਦੇ ਨੇ। ਇਸ ਲਈ ਸਿੱਖ ਕੌਮ ਨਹੀਂ ਬਣਦੀ, ਪੰਜਾਬੀ ਕੌਮ ਬਣਦੀ ਹੈਗੀ, ਕਿਉਂਕਿ ਪੰਜਾਬੀ ਨੂੰ ਬੋਲਣ ਵਾਲੇ ਵੀ ਹੋਰ ਨੇ। ਉਹਨਾਂ ਨੇ ਸਟਾਲਨ ਵਾਲੀ ਜਿਹੜੀ ਪਰਿਭਾਸ਼ਾ ਸੀ ਨਾ ਉਹਦਾ ਫਿਰ ਆਧਾਰ ਬਣਾਇਆ, ਪਰ ਸਟਾਲਨ ਵਾਲੀ ਜਿਹੜੀ ਪਰਿਭਾਸ਼ਾ ਉਹਦਾ ਜਿਹੜਾ ਨੈਸ਼ਨਲਿਜ਼ਮ ਦੇ ਵੱਡੇ ਵਿਦਵਾਨਾਂ ਨੇ ਇਸ ਗੱਲੋਂ ਕਹਿ ਕੇ ਉਹਨੂੰ ਰੱਦ ਕਰ ਦਿੱਤਾ ਹੋਇਆ ਵੀ ਸਟਾਲਨ ਕੋਈ ਵਿਦਵਾਨ ਨਹੀਂ ਸੀ, ਸਟਾਲਨ ਕੋਲ ਕੋਈ ਨੈਸ਼ਨਲਿਜ਼ਮ ਦੀ ਜਾਂ ਰਾਜਨੀਤਿਕ ਸਮਝ ਨਹੀਂ ਸੀ, ਉਹਨੂੰ ਕੌਮਾਂ ਦੀ ਹੋਂਦ ਹਸਤੀ ਤੇ ਜਿਹੜੀਆਂ ਪੈਰਾਮੀਟਰਸ ਆ ਉਹਦੀ ਕੋਈ ਸਮਝ ਨਹੀਂ ਸੀ। ਉਹਨੇ ਜਿਹੜੀ ਭਾਸ਼ਾ ਦਿੱਤੀ ਇੱਕ ਨਫ਼ਰਤ ਚੋਂ ਦਿੱਤੀ ਸੀ। ਨਫ਼ਰਤ ਕਿਹਦੇ ਖਿਲਾਫ? ਯਹੂਦੀਆਂ ਦੇ ਖਿਲਾਫ। ਜੇ ਉਹ ਉਹਦੇ ਵਿੱਚ ਆਪਣੀ ਕੌਮੀ ਭਾਸ਼ਾ ਵਿੱਚ ਧਰਮ ਨੂੰ ਵੀ ਸ਼ਾਮਲ ਕਰ ਲੈਂਦਾ ਤਾਂ ਯਹੂਦੀਆਂ ਨੂੰ ਇੱਕ ਕੌਮ ਦੇ ਤੌਰ ਤੇ ਮਾਨਤਾ ਮਿਲ ਜਾਣੀ ਸੀ। ਸੋ ਸਟਾਲਨ ਨਹੀਂ ਸੀ ਚਾਹੁੰਦਾ ਵੀ ਸਾਡੇ ਕਿਸੇ ਕਾਰਜ ਕਾਰਨ ਯਹੂਦੀ ਕੌਮ ਨੂੰ ਇੱਕ ਕੌਮ ਦੇ ਤੌਰ ਤੇ ਮਾਨਤਾ ਮਿਲ ਜਾਵੇ, ਕਿਉਂਕਿ ਉਸ ਤੋਂ ਪਹਿਲਾਂ ਸੀਗਾ ਵੀ ਧਰਮ ਵੀ ਪ੍ਰਮੁੱਖ ਫੈਕਟਰ ਹੈ ਕਿਸੇ ਕੌਮ ਦੀ ਵਿਆਖਿਆ ਕਰਨ ਦਾ। ਪਰ ਸਟਾਲਨ ਨੇ ਧਰਮ ਨੂੰ ਕੱਢ ਕੇ ਬਾਕੀ ਵੀ ਭਾਸ਼ਾ, ਸਾਂਝਾ ਇਤਿਹਾਸ ਤੇ ਸਾਂਝੇ ਅਹਿਸਾਸ, ਇਹ ਤਿੰਨ ਗੱਲਾਂ ਪਾਈਆਂ। ਹੁਣ ਸਾਂਝੇ ਅਹਿਸਾਸ ਦੇ ਨਾਲ ਨਾਲ ਜਿਹੜੇ ਕੌਮੀ ਰਾਜਨੀਤੀ ਦੇ ਵਿਦਵਾਨ ਆ ਉਹ ਕਹਿੰਦੇ ਵੀ ਧਰਮ ਬਹੁਤ ਵੱਡਾ ਫੈਕਟਰ ਆ, ਇਹ ਬਾਉਂਡਿੰਗ ਫੈਕਟਰ ਹੈਗਾ। ਧਰਮ ਦੇ ਜਿਹੜਾ ਧਰਮ ਚੋਂ ਸਿੱਖਿਆ ਮਿਲਦੀ ਆ ਉਹਦੇ ਤੇ ਇਤਿਹਾਸ ਸਿਰਜਿਆ ਜਾਂਦਾ। ਹੁਣ ਪੰਜਾਬ ਵਿੱਚ ਜੇ ਪੰਜਾਬੀ ਹਿੰਦੂ ਵੀ ਬੋਲਦੇ ਨੇ ਉਹ ਇੱਕ ਤਰ੍ਹਾਂ ਨਾਲ ਸੈਕੰਡਰੀ ਦੇ ਤੌਰ ਤੇ ਬੋਲਦੇ ਨੇ, ਸੈਕੰਡਰੀ ਭਾਸ਼ਾ ਦੇ ਤੌਰ ਤੇ ਬੋਲਦੇ ਨੇ, ਉਹ ਪ੍ਰਾਇਮਰੀ ਭਾਸ਼ਾ ਦੇ ਤੌਰ ਤੇ ਨਹੀਂ ਬੋਲਦੇ। ਉਹਨਾਂ ਵਿੱਚ ਪੰਜਾਬੀ ਲਈ, ਪੰਜਾਬੀ ਦੀ ਹੋਂਦ ਔਰ ਹਸਤੀ ਨੂੰ ਬਚਾਉਣ ਲਈ ਉਸ ਤਰ੍ਹਾਂ ਦਾ ਜਜ਼ਬਾ ਨਹੀਂ ਹੈ ਜੋ ਸਿੱਖਾਂ ਵਿੱਚ ਹੈ। ਸੋ ਇੱਕ ਤਰ੍ਹਾਂ ਨਾਲ ਪੰਜਾਬੀ ਬੋਲਣ ਦੇ ਬਾਵਜੂਦ ਵੀ ਉਹ ਕੌਮ ਦਾ ਹਿੱਸਾ ਨਹੀਂ ਬਣਦੇ, ਕਿਉਂਕਿ ਉਹ ਪੰਜਾਬੀ ਲਈ ਆਪਣੀ ਜਾਨ ਵਾਰਨ ਦੀ ਇੱਛਾ ਨਹੀਂ ਰੱਖਦੇ। ਜਿਹੜੇ ਸਿੱਖ ਨੇ ਇਕੱਲੇ ਉਹੀ ਪੰਜਾਬੀ ਲਈ ਜਾਨ ਵਾਰਨ ਦੀ ਇੱਛਾ ਰੱਖਦੇ ਨੇ। ਸੋ ਇਹ ਜਿਹੜੀ ਇਹ ਡਿਫਰੈਂਸ ਆਉਂਦਾ ਨਾ ਪੰਜਾਬੀ ਕੌਮ ਦਾ ਤੇ ਸਿੱਖ ਕੌਮ ਦਾ, ਉਹ ਇਹ ਜਸਟ ਮੈਨੀਪੂਲੇਟ ਕੀਤਾ ਗਿਆ ਸੀ ਕੁਝ ਰਾਜਨੀਤੀ ਵਾਲਾਂ ਵੱਲੋਂ ਭਾਰਤ ਸਰਕਾਰ ਨਾਲ ਮਿਲ ਕੇ ਸਿਧਾਂਤਕ ਘੇਰਾਬੰਦੀ ਦੇ ਇੱਕ ਆਸਪੈਕਟ ਵਜੋਂ ਪੰਜਾਬ ਵਿੱਚ ਫੈਲਾਇਆ ਗਿਆ ਸੀ, ਜਿਹਨੂੰ ਕਿ ਫਲ ਨਹੀਂ ਲੱਗਿਆ, ਅੱਜ ਤੱਕ ਵੀ ਫਲ ਨਹੀਂ ਲੱਗਿਆ। ਉਹਨਾਂ ਦੇ ਹਜ਼ਾਰਾਂ ਯਤਨਾਂ ਦੇ ਬਾਵਜੂਦ, ਪੰਜਾਬੀ ਮੀਡੀਆ ਦੇ ਇੱਕ ਵੱਡੇ ਹਿੱਸੇ ਵਿੱਚ ਇਹਦੇ ਹੱਕ ਵਿੱਚ ਮੁਹਿੰਮ ਚਲਾਉਣ ਦੇ ਬਾਵਜੂਦ ਵੀ ਕਿਸੇ ਨੇ ਵੀ ਪੰਜਾਬੀ ਕੌਮ ਦੇ ਸੰਕਲਪ ਨੂੰ ਪ੍ਰਵਾਨ ਨਹੀਂ ਕੀਤਾ। ਜਿਹੜਾ ਪੰਜਾਬੀ ਕੌਮ ਜਾਂ ਪੰਜਾਬੀਅਤ ਦਾ ਫਲਸਫਾ, ਪੰਜਾਬੀ ਕੌਮ ਨਹੀਂ ਆਪਾਂ ਕਵਾਂਗੇ, ਪੰਜਾਬੀਅਤ ਦਾ ਜਿਹੜਾ ਫਲਸਫਾ ਉਹ ਇਹ 80 ਦੇ ਦਹਾਕਿਆਂ ਦੇ ਵਿੱਚ ਉਦੋਂ ਹੀ ਸ਼ੁਰੂ ਹੋਇਆ। ਔਰ ਪੀਕੇ ਨਿਝਾਵਨ ਵੀ ਬੋਲਦੇ ਨੇ ਕਿ ਉਹਨਾਂ ਨੇ ਬੰਬੇ ਦੇ ਵਿੱਚ ਜਦੋਂ ਉਹਨਾਂ ਨੂੰ ਇਹ ਸਮਝ ਲੱਗੀ ਕਿ ਜਿਹੜਾ ਪੰਜਾਬ ਹੈ ਉਹ ਬਹੁਤ ਬੁਰੀ ਤਰ੍ਹਾਂ ਨਾਲ ਕਿਸੇ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋ ਰਿਹਾ, ਕਿਉਂਕਿ ਉਹਨਾਂ ਲਈ ਸਾਜ਼ਿਸ਼ ਹੋਰ ਸੀ, ਸਿੱਖਾਂ ਲਈ ਸਾਜ਼ਿਸ਼ ਦਾ ਰੂਪ ਰੇਖਾ ਹੋਰ ਸੀ, ਤਾਂ ਉਹਨਾਂ ਨੇ ਉੱਥੇ ਬੈਠ ਕੇ ਬੰਬੇ ਦੇ ਵਿੱਚ ਵੀ ਪੰਜਾਬੀਅਤ ਫਰੰਟ ਜਿਹੜਾ ਹੈ ਉਹ ਖੜਾ ਕੀਤਾ। ਇਸ ਤਰੀਕੇ ਨਾਲ ਹੀ ਬਹੁਤ ਸਾਰੇ ਲੋਕਾਂ ਨੇ ਪੰਜਾਬੀਅਤ ਦਾ ਜਿਹੜਾ ਬੋਲਬਾਲਾ ਬੋਲਣਾ ਸ਼ੁਰੂ ਕੀਤਾ। ਪਰ ਪੰਜਾਬੀਅਤ ਨੂੰ ਇਹ ਸਮਝਣਾ ਸਾਨੂੰ ਪਊਗਾ ਕਿ ਪੰਜਾਬੀਅਤ ਜਿਹੜੀ ਆ ਉਹ ਇੱਕ ਜੀਓਗ੍ਰਾਫੀਕਲ ਖਿੱਤੇ ਦੀ ਗੱਲ ਆ। ਪੰਜਾਬੀ ਇੱਕ ਜੀਓਗ੍ਰਾਫੀਕਲ ਖਿੱਤਾ ਹੈ। ਸਿੱਖ ਕੌਮ ਜਿਹੜੀ ਆ ਉਹ ਇੱਕ ਅਲੱਗ ਵਿਚਾਰਧਾਰਾ, ਇੱਕ ਅਲੱਗ ਆਪਣੀ ਵਿਲੱਖਣ ਸੋਚ, ਵਿਲੱਖਣ ਦਿੱਖ, ਹਰ ਇੱਕ ਉਹਨਾਂ ਦਾ ਅਲੱਗ ਤੋਂ ਉਹਨਾਂ ਦੀ ਇੱਕ ਆਪਣੀ ਇੱਕ ਆਈਡੈਂਟੀਟੀ ਹੈ। ਉਸ ਆਈਡੈਂਟੀਟੀ ਨੂੰ ਪੰਜਾਬੀ ਆਈਡੈਂਟੀਟੀ ਦੇ ਨਾਲ ਜੀਓਗ੍ਰਾਫੀਕਲੀ ਤਾਂ ਅਟੈਚ ਕੀਤਾ ਜਾ ਸਕਦਾ, ਪਰ ਕੌਮੀਅਤ ਦੇ ਹਿਸਾਬ ਨਾਲ ਅਟੈਚ ਨਹੀਂ ਕੀਤਾ ਜਾ ਸਕਦਾ। ਉਹਦਾ ਰੀਜ਼ਨ ਕੀ ਆ? ਜਦੋਂ ਆਪਾਂ ਕੌਮਾਂ ਦੀ ਗੱਲ ਕਰਦੇ ਆ ਨਾ ਤਾਂ ਉਦੋਂ ਕੌਮਾਂ ਦਾ ਆਪਣਾ ਇੱਕ ਵਿਰਸਾ ਵੀ ਹੋਇਆ ਕਰਦਾ, ਇੱਕ ਕਲਚਰ ਹੋਇਆ ਕਰਦਾ, ਔਰ ਬਕਾਇਦਾ ਉਸ ਕਲਚਰ ਦੇ ਉੱਤੇ ਉਹ ਚੱਲਦੀਆਂ, ਉਹਨਾਂ ਦੇ ਬਿਲੀਫ ਹੋਇਆ ਕਰਦੇ ਆ। ਹੁਣ ਜਦੋਂ ਸਿੱਖ ਕੌਮ ਦੇ ਆਪਾਂ ਬਿਲੀਫ ਦੇਖਾਂਗੇ ਤਾਂ ਸਿੱਖ ਕੌਮ ਦੇ ਵਿੱਚ ਹਰ ਇੱਕ ਅਲੱਗ-ਅਲੱਗ ਚੀਜ਼ਾਂ ਹੈਗੀਆਂ, ਜਿਸ ਤਰੀਕੇ ਨਾਲ ਉਹਨਾਂ ਦੇ ਆਪਣੇ ਗੀਤ ਆ। ਹੁਣ ਪੰਜਾਬੀ ਦਾ ਜਿਹੜਾ ਪੰਜਾਬੀ ਕੌਮ, ਜੇ ਆਪਾਂ ਨੂੰ ਕੌਮ ਕਹੀਏ, ਵੈਸੇ ਪੰਜਾਬੀਅਤ ਕਹਿਣਾ ਜ਼ਿਆਦਾ ਬੈਟਰ ਆ। ਪੰਜਾਬੀਅਤ ਜਿਹੜੀ ਹੈ ਉਹਦੇ ਵਿੱਚ ਜਿਹੜਾ ਕਿੱਸਾ, ਉਹਨਾਂ ਦੇ ਕਿੱਸੇ ਮਸ਼ਹੂਰ ਆ। ਜੇ ਪੰਜਾਬੀ ਕਿੱਸੇ ਦੇਖਣਾ ਹੋਵੇ ਤਾਂ ਵਾਰਿਸ ਦੀ ਹੀਰ ਵੀ ਉਨੀ ਮਕਬੂਲ ਆ।
ਜਿਨੀ ਸੋਹਣੀ ਮਹੀਵਾਲ ਅੱਗੇ ਉਹ ਵੀ ਮੈਂ ਮਕਬੂਲ ਹੈ। ਤਾਂ ਇਹ ਸਾਰੇ ਕਿੱਸੇ ਜਿਹੜੇ ਪੰਜਾਬ ਦੇ ਵਿੱਚ ਨਾਲ ਆਉਂਦੇ ਆ। ਪਰ ਜਦੋਂ ਸਿੱਖਾਂ ਦੀ ਗੱਲ ਕਰਾਂਗੇ ਤਾਂ ਸਿੱਖਾਂ ਦਾ ਜਿਹੜਾ ਕਿੱਸਾ ਮਸ਼ਹੂਰ ਹੋਊਗਾ ਉਹ ਕਦੀ ਵੀ ਹੀਰ ਰਾਂਝਾ ਨਹੀਂ ਹੋਊਗਾ। ਸਿੱਖਾਂ ਨੂੰ ਆਪਣਾ ਕਿੱਸਾ, ਉਹਨਾਂ ਦੇ ਆਪਣੇ ਹੀਰੋ ਹੋਣਗੇ। ਪੰਜਾਬ ਦਾ ਹੀਰੋ ਕੋਈ ਵੀ ਹੋ ਸਕਦਾ। ਪੰਜਾਬ ਕਲੈਕਟਿਵ ਪੰਜਾਬ, ਉਹਦੇ 'ਚ ਹਿੰਦੂ ਵੀ ਹੋਣਗੇ, ਮੁਸਲਮਾਨ ਵੀ ਹੋਣਗੇ, ਈਸਾਈ ਵੀ ਹੋਣਗੇ, ਬੋਧੀ ਵੀ ਹੋਣਗੇ, ਜੈਨੀ ਵੀ ਹੋਣਗੇ। ਹਰ ਇੱਕ ਬੰਦਾ ਜੋ ਉੱਥੇ ਆ ਕੇ ਰਹਿ ਰਿਹਾ ਉਹ ਪੰਜਾਬ ਦਾ ਹਿੱਸਾ ਹੋ ਗਿਆ, ਕਿਉਂਕਿ ਇੱਕ ਜਗਰਾਫੀਕਲ ਏਰੀਆ ਦਾ ਹਿੱਸਾ ਹੋ ਗਿਆ। ਤਾਂ ਉਹ ਆਪਣੇ ਅਕੋਰਡਿੰਗ ਜਿਹੜਾ ਹੈ ਉਹ ਕਿਰਦਾਰ, ਕੋਈ ਵੀ ਆਪਣਾ ਹੀਰੋ ਜਿਹੜਾ ਉਹ ਸਿਰਜ ਸਕਦੇ ਆ। ਪਰ ਜਦੋਂ ਸਿੱਖਾਂ ਦੀ ਗੱਲ ਕਰਾਂਗੇ ਤਾਂ ਸਿੱਖਾਂ ਦਾ ਹੀਰੋ ਜਿਹੜਾ ਹੈ ਉਹ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਾਬਾ ਬੰਦਾ ਸਿੰਘ ਬਹਾਦਰ, ਇਹੀ ਹੋਣਗੇ। ਸਾਡੇ ਜਿਹੜੇ ਅਸੀਂ ਹੋਰ ਕਲਚਰ ਦੇ ਵਿੱਚੋਂ ਇਹ ਕਲਚਰਲ ਐਪਰੋਪਰੀਏਸ਼ਨ ਜਿਹੜੀ ਹੋਈ ਆ ਉਹਨੇ ਬਹੁਤ ਜ਼ਿਆਦਾ ਕਨਫਿਊਜ਼ਨਸ ਕ੍ਰੀਏਟ ਕਰਤੀਆਂ। ਹੁਣ ਸਿੱਖ ਨੂੰ ਤੇ ਪੰਜਾਬੀ ਨੂੰ ਇੱਕ ਤਰ੍ਹਾਂ ਨਾਲ ਸਿਨੋਨਿਮਸ ਕਰਕੇ ਦੇਖਣਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਲੋਕਾਂ ਨੂੰ ਮੈਂ ਇਹ ਕਹਿੰਦੇ ਸੁਣਦੀ ਹਾਂ ਕਿ ਸਿੱਖ ਜਿਹੜੇ ਆ ਉਹ ਸਾਰੇ ਹੀ ਸ਼ਰਾਬ ਪੀਂਦੇ ਆ। ਸਿੱਖ ਸ਼ਰਾਬ ਨਹੀਂ ਪੀ ਸਕਦਾ, ਪੰਜਾਬੀ ਸ਼ਰਾਬ ਪੀ ਸਕਦਾ। ਹੁਣ ਉਹ ਪੰਜਾਬੀ ਹੋ ਸਕਦਾ, ਉਹਨੇ ਪੱਗ ਵੀ ਬੰਨੀ ਹੋਵੇ, ਪਰ ਜਦੋਂ ਤੁਸੀਂ ਸਿੱਖ ਹੋ ਜਾਓਗੇ ਫਿਰ ਤੁਹਾਡੇ ਲਈ ਸ਼ਰਾਬ ਵਰਜਿਤ ਹੋ ਜਾਊਗੀ। ਸ਼ਰਾਬ ਜਾਂ ਮਦਰਾ ਪਾਨ ਇਹ ਸਾਰਾ ਪੰਜਾਬੀ ਕਮਿਊਨਿਟੀ ਦਾ ਜਾਂ ਪੰਜਾਬੀ ਲੋਕਾਂ ਦਾ ਤਾਂ ਆਪਣਾ ਇੱਕ ਵਿਰਸਾ ਹੋ ਸਕਦਾ, ਪਰ ਸਿੱਖਾਂ ਦਾ ਵਿਰਸਾ ਨਹੀਂ, ਕਿਉਂਕਿ ਸਿੱਖਾਂ ਦੇ ਵਿਰਸੇ ਨੂੰ ਬੜਾ ਕਲੀਅਰਲੀ ਮੈਂਸ਼ਨਡ ਹੈ ਕਿ ਕਿਸੇ ਤਰ੍ਹਾਂ ਦਾ ਨਸ਼ਾ ਜਿਹੜਾ ਉਹ ਵਰਜਿਤ ਹੈ। ਇਸੇ ਤਰੀਕੇ ਦੇ ਨਾਲ ਹੀ ਜਦੋਂ ਕੋਈ ਜਨਮ ਦੇ ਉੱਤੇ ਜੋ ਹੋਣਾ ਹੈ ਜਾਂ ਮਰਨ ਦੇ ਉੱਤੇ ਜੋ ਵੀ ਹੋਣਾ, ਉਹ ਸੰਸਕਾਰ ਵੀ ਸਾਡੇ ਜਿਹੜੇ ਆ ਉਹ ਸਿੱਖਾਂ ਦੇ ਅਲੱਗ ਹੈ। ਸਿੱਖਾਂ ਦੇ ਵਿੱਚ ਵੈਣ ਨਹੀਂ ਹੁੰਦੇ, ਅਲਾਣੀਆਂ ਹੁੰਦੀਆਂ, ਕਿਉਂਕਿ ਬਕਾਇਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ਇਸੇ ਤਰੀਕੇ ਨਾਲ ਜਦੋਂ ਕੋਈ ਜਨਮਦਾ ਜਾਂ ਕੋਈ ਮਰਦਾ ਤਾਂ ਉਹ ਇੱਕੋ ਹੀ ਤਰ੍ਹਾਂ ਦਾ ਜਿਹੜਾ ਹੈ ਕੀਰਤਨ ਸੋਲਾ ਹੀ ਪੜਿਆ ਜਾਂਦਾ, ਉਹਦੇ ਵਿੱਚ ਅਲੱਗ ਨਹੀਂ ਆ। ਤਾਂ ਸਾਡੇ ਕੋਲ ਇੱਕ ਬਕਾਇਦਾ ਪੂਰਾ ਸਟਰਕਚਰ ਤਿਆਰ ਹੈ। ਸਿੱਖਾਂ ਦਾ ਇੱਕ ਆਪਣਾ ਸਟਰਕਚਰ ਹੈ ਜਿਹਦੇ ਵਿੱਚ ਉਹਨਾਂ ਦੇ ਕਲਚਰਲ ਹੀਰੋ ਵੱਖਰੇ ਨੇ, ਉਹਨਾਂ ਦੇ ਬਿਲੀਫ ਵੱਖਰੇ ਨੇ, ਉਹਨਾਂ ਦੇ ਮਿਥ ਵੀ ਵੱਖਰੇ ਨੇ। ਜੇ ਆਪਾਂ ਮਿਥ ਦੀ ਗੱਲ ਕਰਾਂਗੇ ਤਾਂ ਸਾਡਾ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਉਹ ਉਹਨਾਂ ਦੀ ਜ਼ਿੰਦਗੀ ਦੇ ਨਾਲ ਜਿਹਨੂੰ ਵੀ ਅੱਜ ਦੇ ਸਿੱਖ ਜੋ ਉਹਨੂੰ ਕਹਿੰਦੇ ਕਿ ਆਹ ਤਾਂ ਮਿਥਿਹਾਸ ਹੈ ਜੀ, ਜੇ ਉਹਨੂੰ ਮਿਥਿਹਾਸ ਵੀ ਮੰਨ ਕੇ ਚੱਲਣ ਤਾਂ ਵੀ ਸਿੱਖਾਂ ਦਾ ਮਿਥ ਵੱਖਰਾ ਹੈ। ਸਿੱਖਾਂ ਦਾ ਮਿਥ ਜਿਹੜਾ ਹੈ ਉਹ ਰਾਮਚੰਦਰ ਦੇ ਬਨਵਾਸ ਦੇ ਨਾਲ ਨਹੀਂ ਚੱਲੂਗਾ। ਸਿੱਖਾਂ ਕੋਲ ਆਪਣਾ ਇੱਕ ਵੱਖਰਾ ਢਾਂਚਾ। ਇਸ ਕਰਕੇ ਸਿੱਖ ਕੌਮ ਨੂੰ ਪੰਜਾਬੀ ਕੌਮ ਤੋਂ ਥੋੜ੍ਹਾ ਡਿਫਰੈਂਟ ਕਰਕੇ ਦੇਖਣਾ ਜ਼ਰੂਰੀ ਹੈ। ਬਹੁਤ ਸਾਰੇ ਲੋਕ ਇਹਦੇ ਵਿੱਚ ਵੀ ਜਿਹੜੀ ਪ੍ਰੋਬਲਮ ਕ੍ਰੀਏਟ ਕਰ ਲੈਂਦੇ, ਉਹ ਕੁਐਸਚਨ ਕਰਦੇ ਆ ਕਿ ਤੁਸੀਂ ਜੀ ਵੱਖਰਾ ਕਰੀ ਜਾਂਦੇ ਆ, ਵੱਖਵਾਦੀ ਹੋਈ ਜਾ ਰਿਹਾ। ਗੱਲ ਵੱਖਵਾਦੀ ਹੁੰਦੀ ਨਹੀਂ ਹੁੰਦੀ, ਗੱਲ ਹੁੰਦੀ ਹੈ ਨਿਊਐਂਸਿਸ ਨੂੰ ਸਮਝਣ ਦੀ। ਹਰ ਇੱਕ ਚੀਜ਼ ਦੇ ਵਿੱਚ ਨਿਊਐਂਸਿਸ ਹੁੰਦੀਆਂ, ਉਹ ਨਿਊਐਂਸਿਸ, ਉਹਨਾਂ ਸ਼ੇਡਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਗਰ ਨਹੀਂ ਸਮਝਾਂਗੇ ਤਾਂ ਆਪਾਂ ਰਲ ਗੋਡਾ ਜਿਹਾ ਹੋਈ ਜਾਵਾਂਗੇ, ਔਰ ਉਹ ਹੋ ਰਿਹਾ, ਕਿਉਂਕਿ ਪੰਜਾਬ ਤੇ ਸਿੱਖ ਆਪਸ ਦੇ ਵਿੱਚ ਸਿਨੋਨਿਮਸ ਹੋ ਗਏ। ਤਾਂ ਹੁਣ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਕੁਝ ਵੀ ਘਟਨਾ ਵਾਪਰਦੀ ਹੈ ਤਾਂ ਮੰਨ ਲਿਆ ਜਾਂਦਾ ਕਿ ਇਹ ਸਿੱਖਾਂ ਨੇ ਕੀਤੀ ਹੋਊਗੀ। ਹੋ ਸਕਦਾ ਉਹ ਹਿੰਦੂਆਂ ਨੇ ਕੀਤੀ ਹੋਵੇ, ਹੋ ਸਕਦਾ ਮੁਸਲਮਾਨਾਂ ਨੇ ਕੀਤੀ ਹੋਵੇ, ਜਾਂ ਕਿਸੇ ਨੇ ਵੀ ਕੀਤੀ ਹੋਵੇ। ਤਾਂ ਇਸ ਕਰਕੇ ਪੰਜਾਬੀਅਤ ਨੂੰ ਸਮਝਣ ਦੇ ਲਈ ਸਮਝਣਾ ਪਊਗਾ ਕਿ ਉੱਥੇ ਬਹੁਤ ਸਾਰੀਆਂ ਕੌਮਾਂ, ਉਹਨਾਂ ਦੇ ਆਪਣੇ ਵਿਚਾਰਧਾਰਕ ਜੋ ਉਹਨਾਂ ਦੀਆਂ ਸਾਂਝਾਂ ਨੇ, ਉਹਨਾਂ ਦੇ ਸਟਰਕਚਰ ਨੇ, ਉਹ ਕੰਮ ਕਰਦੇ ਨੇ। ਸਿੱਖਾਂ ਦਾ ਇੱਕ ਆਪਣਾ ਵੱਖਰਾ ਸਟਰਕਚਰ ਹੈ ਜੋ ਇੱਕ ਅਲੱਗ ਜਗ੍ਹਾ ਦੇ ਉੱਤੇ ਕੰਮ ਕਰ ਰਿਹਾ ਹੈ। ਦੇਖੋ ਜਗਜੀਤ ਸਿੰਘ ਜੀ, ਇਹ ਵੀ ਤਾਂ ਇੱਕ ਕੀ ਕਹਿੰਦੇ ਆ, ਉਹਨਾਂ ਦੀ ਯੋਜਨਾ ਚਾਹੁੰਦੀ ਹੈ ਨਾ ਗੱਲ, ਵੀ ਸਿੱਖ ਕੌਮ ਦੇ ਥਾਂ ਪੰਜਾਬੀ ਕੌਮ ਜਿਹੜੀ ਉਹ ਪ੍ਰਚਲਿਤ ਕਰ ਦਿੱਤੀ ਜਾਵੇ। ਹੁਣ ਜਿਹੜੀ ਕੌਮ ਆ ਜਗਜੀਤ ਸਿੰਘ ਜੀ, ਇਹਦਾ ਹੁੰਦਾ ਵੀ ਇਲਾਕਾ ਇੱਕ ਹੋਵੇ, ਤੁਹਾਡਾ ਧਰਮ ਗ੍ਰੰਥ ਇੱਕ ਹੋਵੇ, ਤੁਹਾਡਾ ਰਾਜਸੀ ਨਿਸ਼ਾਨਾ ਇੱਕ ਹੋਵੇ, ਉਹਨੂੰ ਕੌਮ ਕਿਹਾ ਜਾਂਦਾ। ਸਿੱਖ ਜਿਹੜੇ ਆ ਇਹ ਪੰਜਾਬ ਦੇ ਮਾਲਕ ਆ ਹਰ ਪਾਸੇ ਤੋਂ। ਹੁਣ ਉੱਥੇ ਭਾਸ਼ਾ ਸਿੱਖਾਂ ਦੀ ਇੱਕ, ਧਰਮ ਗ੍ਰੰਥ ਸਿੱਖਾਂ ਦਾ ਆਪਣਾ, ਔਰ ਸਿੱਖਾਂ ਦਾ ਰਾਜਸੀ ਨਿਸ਼ਾਨਾ, ਰਾਜ ਕਰੇਗਾ ਖਾਲਸਾ ਆਪਣਾ। ਅਤੇ ਫਿਰ ਉਹਨੂੰ ਪਹਿਲੀ ਤਾਂ ਗੱਲ ਆ, ਪੰਜਾਬੀ ਇੱਕ ਭਾਸ਼ਾ ਆ, ਪੰਜਾਬੀ ਕੌਮ ਬਣ ਨਹੀਂ ਸਕਦੀ। ਹੁਣ ਪੰਜਾਬੀ ਪਾਕਿਸਤਾਨ ਜਿਹੜੇ ਆਪਣਾ ਲਹਿੰਦਾ ਪੰਜਾਬ, ਉਹ ਬੋਲਦੇ ਸਾਰੇ, ਬੋਲਦੇ ਕਿ ਨਹੀਂ ਬੋਲਦੇ? ਹੁਣ ਉਹ ਵੀ ਪੰਜਾਬੀ ਬੋਲਦੇ ਆ, ਚੜ੍ਹਦੇ ਪੰਜਾਬ ਵਾਲੇ ਪੰਜਾਬੀ ਬੋਲਦੇ ਆ। ਇੱਕ ਭਾਸ਼ਾ, ਅਤੇ ਇਕੱਲੀ ਭਾਸ਼ਾ ਦੇ ਨਾਂ 'ਤੇ ਤੁਸੀਂ ਪੰਜਾਬੀ ਕੌਮ ਕਿੱਦਾਂ ਬਣਾ ਲਓਗੇ? ਪਰ ਇਹ ਜਿੱਦਾਂ ਤੁਸੀਂ ਕਹਿੰਦੇ ਧਾਰਨਾ ਬਣਾ ਦਿੱਤੀ ਗਈ ਵੀ ਸਿੱਖ ਕੌਮ ਨਹੀਂ, ਪੰਜਾਬੀ ਕੌਮ ਹੈ, ਤਾਂ ਕਿ ਸਿੱਖਾਂ ਦਾ ਖਾਸਾ ਜਿਹੜਾ ਇਹ ਕਿਸੇ ਢੰਗ ਦੇ ਨਾਲ ਖਤਮ ਕੀਤਾ ਜਾ ਸਕੇ। ਹੁਣ ਸਿੱਖ ਅਤੇ ਪੰਜਾਬੀ ਦੋ ਵੱਖਰੇ ਵੱਖਰੇ ਲਫ਼ਜ਼ ਹੈ। ਪੰਜਾਬੀ ਭਾਸ਼ਾ
ਸਿੱਖ ਜਿਹੜੇ ਆ ਪੰਜਾਬੀ ਭਾਸ਼ਾ ਨੂੰ ਗੁਰਮੁਖੀ 'ਚ ਲਿਖਦੇ ਆ, ਜੋ ਕਿ ਗੁਰੂ ਨਾਨਕ ਸਾਹਿਬ ਨੇ ਦੂਜੀਆਂ ਭਾਸ਼ਾ ਨਾਲੋਂ ਬਿਲਕੁਲ ਵੱਖਰਾ, ਇਸ ਕਰਕੇ ਕਿ ਆਮ ਬੰਦੇ ਦੀ ਇਹ ਗੱਲ ਸਮਝ ਪੈ ਜੇ। ਉਹਨਾਂ ਨੇ ਗੁਰਮੁਖੀ ਲਿਪੀ ਵੀ ਆਪਣੀ ਲਿਖੀ। ਪੰਜਾਬੀ ਭਾਸ਼ਾ ਨੂੰ ਗੁਰਮੁਖੀ 'ਚ ਲਿਖਿਆ ਜਾਂਦਾ, ਤੇ ਗੁਰਮੁਖੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਸਿੱਖਾਂ ਦੇ ਲਿਖੇ ਗਏ। ਇਹ ਵੀ ਪੰਜਾਬੀ ਕੌਮ ਇਹਨੂੰ ਕਿੱਦਾਂ ਬਣਾ ਦਿਓਗੇ ਤੁਸੀਂ? ਜਾਂ ਸਿੱਖ ਨੂੰ ਪੰਜਾਬੀ 'ਚ ਕਿੱਦਾਂ ਕਰੋਗੇ ਵੀ ਸਿੱਖ ਦੇ ਥਾਂ ਤੁਸੀਂ ਪੰਜਾਬੀ ਕਹਿਣਾ ਸ਼ੁਰੂ ਕਰ ਦਿਓ? ਹੁਣ ਪੰਜਾਬ 'ਚ ਪੰਜਾਬੀ ਹਿੰਦੂ ਵੀ ਹੈਗੇ ਆ, ਪੰਜਾਬ 'ਚ ਈਸਾਈ ਵੀ ਵਸਦੇ ਆ, ਪੰਜਾਬ 'ਚ ਮੁਸਲਮਾਨ ਵੀ ਵਸਦੇ ਆ, ਉਹ ਵੀ ਸਾਰੇ ਆਪਣੇ ਆਪ ਨੂੰ ਪੰਜਾਬੀ ਮੁਸਲਮਾਨ ਕਹਿੰਦੇ ਆ, ਉਹ ਆਪਣੇ ਆਪ ਨੂੰ ਪੰਜਾਬੀ ਹਿੰਦੂ ਕਹਿੰਦੇ ਆ, ਤੇ ਅਸੀਂ ਆਪਣੇ ਆਪ ਨੂੰ ਪੰਜਾਬੀ ਸਿੱਖ ਕਿਉਂ ਨਹੀਂ ਕਹਿ ਸਕਦੇ? ਫਿਰ ਇੱਥੇ ਪੰਜਾਬੀ ਕੌਮ ਕਿੱਦਾਂ ਬਣ ਗਈ? ਗੱਲ ਤੁਹਾਡੀ ਪਕੜ 'ਚ ਆਉਂਦੀ ਹੈ ਨਾ। ਜੇ ਪੰਜਾਬ ਦਾ ਹਿੰਦੂ ਕਹਿੰਦਾ ਕਿ ਮੈਂ ਪੰਜਾਬੀ ਹਿੰਦੂ, ਉਹ ਕਹਿੰਦੇ ਆ, ਉਹ ਕਹਿੰਦੇ ਅਸੀਂ ਦੂਜਿਆਂ ਦੇ ਨਾਲ ਦੇ ਨਹੀਂ ਹੈ, ਉਹ ਕਹਿੰਦੇ ਅਸੀਂ ਪੰਜਾਬੀ ਹਿੰਦੂ ਹਾਂ। ਮਲੇਰਕੋਟਲੇ 'ਚ ਇੱਧਰ ਉੱਧਰ ਜਿੰਨੇ ਮੁਸਲਮਾਨ ਉਹ ਕਹਿੰਦੇ ਪੰਜਾਬੀ ਮੁਸਲਮਾਨ, ਅਸੀਂ ਕਹਿੰਦੇ ਅਸੀਂ ਪੰਜਾਬੀ ਸਿੱਖ ਹਾਂ। ਉੱਥੇ ਪੰਜਾਬ 'ਚ ਇਸ ਵੇਲੇ 3 ਕੌਮਾਂ ਵਸਦੀਆਂ ਸਹੀ ਮਾਇਨਿਆਂ 'ਚ, ਅਤੇ ਫਿਰ ਤਿੰਨਾਂ ਕੌਮਾਂ ਨੂੰ ਇੱਕ ਪੰਜਾਬੀ ਕੌਮ ਕਿੱਦਾਂ ਬਣਾਓਗੇ? ਜਾਂ ਕੋਈ ਸਾਡੇ ਸਾਹਮਣੇ ਆ ਗਏ ਪਿਆਰ ਨਾਲ ਸਾਨੂੰ ਸਮਝਾ ਲਵੇ ਵੀ ਕਿੱਦਾਂ ਬਣਨਗੇ। ਉੱਥੇ ਮੁਸਲਮਾਨ ਕੌਮ ਵੀ ਪੰਜਾਬ 'ਚ ਵਸਦੀ ਹੈ, ਉੱਥੇ ਈਸਾਈ ਵੀ ਵਸਦੇ ਆ, ਉੱਥੇ ਸਿੱਖ ਵੀ ਵਸਦੇ ਆ, ਉੱਥੇ ਹਿੰਦੂ ਵੀ ਵਸਦੇ, ਸਾਰੇ ਆਪਣੇ ਆਪ ਨੂੰ ਕੌਮ ਕਲੇਮ ਕਰਦੇ ਆ, ਅਤੇ ਫਿਰ ਸਾਰੀਆਂ ਕੌਮਾਂ ਰਲਾ ਕੇ ਇੱਕ ਪੰਜਾਬੀ ਕੌਮ ਕਿੱਦਾਂ ਬਣ ਜੂ? ਇਹ ਤਾਂ ਹਾਲੇ ਕਿਤੇ ਜੇ ਰੋਲ ਮਾਡਲ ਸੀ, ਇਹ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ, ਜਿਹਨੇ ਕਿਹਾ ਰਾਜ ਸਿੱਖ ਕੌਮ ਕਰੂਗੀ ਪਰ ਅਸੀਂ ਤੁਹਾਨੂੰ ਬਰਾਬਰ ਦੀ ਹਿੱਸੇਦਾਰੀ ਸਾਰਿਆਂ ਨੂੰ ਦਿੰਦੇ ਹਾਂ। ਉਹਨਾਂ ਹਿੰਦੂ ਕੌਮ ਦੇ ਵੀ ਬੰਦੇ ਆਪਣੇ ਵਜ਼ੀਰ ਨਾਲ ਲਏ, ਉਹਨਾਂ ਮੁਸਲਮਾਨ ਵੀ ਲਏ, ਪਰ ਰਾਜ ਸਿੱਖ ਕੌਮ ਦਾ ਹੀ ਲਿਖਿਆ ਗਿਆ ਇਤਿਹਾਸ 'ਚ। ਉਦੋਂ ਵੀ ਸਿੱਖ ਕੌਮ ਦਾ ਰਾਜ ਲਿਖਿਆ ਜਾਂਦਾ ਨਾ ਜੀ। ਸੋ ਇਸ ਕਰਕੇ ਇੱਕ ਜਿਹੜੀ ਤੁਸੀਂ ਕਹਿੰਦੇ ਨਾ ਸਿਧਾਂਤਕ ਘੇਰਾਬੰਦੀ 'ਚ ਇਹ ਸਿੱਖ ਨੂੰ ਜਾਂ ਸਿੱਖ ਸ਼ਬਦ ਨੂੰ ਪੰਜਾਬੀ ਸ਼ਬਦ 'ਚ ਕਨਵਰਟ ਕਰਨਾ, ਇਹ ਇੱਕ ਬਹੁਤ ਵੱਡੀ ਸ਼ਰਾਰਤ ਆ, ਬਹੁਤ ਵੱਡੀ ਸ਼ਰਾਰਤ ਆ, ਔਰ ਬਹੁਤ ਵੱਡਾ ਸਿੱਖ ਕੌਮ ਨਾਲ ਧੋਖਾ। ਔਰ ਇਹਦੇ 'ਚ ਸਾਡੇ ਜਿਹੜੇ ਆਪਣੇ ਆ ਉਹਨਾਂ ਦਾ ਸਾਰਿਆਂ ਦਾ ਜ਼ੋਰ ਲੱਗਾ ਹੋਇਆ ਵੀ ਪੰਜਾਬੀ, ਪੰਜਾਬ, ਪੰਜਾਬੀ, ਪੰਜਾਬੀਅਤ। ਉਹਨਾਂ ਨੂੰ ਸਿੱਖ ਕਹਿਣ 'ਚ ਵੀ ਸ਼ਰਮ ਆਉਂਦੀ। ਉੱਦਾਂ ਕਹਿੰਦੇ ਗੁਰੂ ਨਾਨਕ ਦੇ ਸਿੱਖ ਆ, ਬੜੀ ਗੁਰੂ ਨਾਨਕ ਦੀ ਗੱਲ ਕਰਦੇ ਆ, ਪਰ ਗੁਰੂ ਨਾਨਕ ਦੀ ਗੁਰਮੁਖੀ ਤੋਂ ਪਾਸਾ ਵੱਟ ਕੇ ਪੰਜਾਬੀ ਵੱਲ ਨੂੰ ਜਾਂਦੇ। ਜਗਜੀਤ ਸਿੰਘ ਜੀ ਇਤਿਹਾਸ ਗਵਾਹ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਕੋਈ ਨਹੀਂ ਸੀ ਕਹਿੰਦਾ ਪੰਜਾਬੀ, ਕਹਿੰਦੇ ਸੀ ਗੁਰਮੁਖੀ ਪੜ੍ਹਨੀ, ਨਿਆਣਿਆਂ ਨੂੰ ਗੁਰਮੁਖੀ ਪੜ੍ਹਾਓ। ਸਾਡੀ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਕਿ ਹਰ ਬੱਚੇ ਨੂੰ ਗੁਰਮੁਖੀ ਜ਼ਰੂਰ ਪੜ੍ਹਾਓ। ਉੱਥੇ ਪੰਜਾਬੀ ਪੜ੍ਹਾਉਣ ਦੀ ਗੱਲ ਨਹੀਂ ਹੈ, ਗੁਰਮੁਖੀ ਪੜ੍ਹਾਉਣ ਦੀ ਗੱਲ ਹੈ, ਕਿਉਂਕਿ ਗੁਰਮੁਖੀ 'ਚ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਗਏ। ਹੁਣ ਗੁਰਮੁਖੀ ਨੂੰ ਵੀ ਪੰਜਾਬੀ ਕਰ ਲਓ, ਸਿੱਖ ਨੂੰ ਵੀ ਪੰਜਾਬੀ ਕਰ ਲਓ। ਇਹ ਸਾਡੇ ਆਪਣੇ ਜਿਹੜੇ ਬਹੁਤ ਸਾਰੇ ਆ ਨਾ ਜਿਹਨਾਂ ਨੂੰ ਚਾਅ ਆ, ਜਿਹੜੇ ਸਿੱਖ ਧਰਮ ਦੀ ਮੁੱਖ ਧਾਰਾ ਨੂੰ ਨਹੀਂ ਮੰਨਣਾ ਚਾਹੁੰਦੇ, ਸਿੱਖ ਧਰਮ ਦੀ ਮੁੱਖ ਧਾਰਾ ਤੋਂ ਕਿਨਾਰਾ ਕਰਦੇ ਆ, ਅਤੇ ਉੱਦਾਂ ਸਿੱਖ ਹੋਣ ਦਾ ਦਾਅਵਾ ਵੀ ਕਰਦੇ ਵੀ ਅਸੀਂ ਬਹੁਤ ਸਿਆਣੇ ਸਿੱਖ ਹਾਂ। ਇਸ ਕਰਕੇ ਪੰਜਾਬੀ ਤੇ ਗੁਰਮੁਖੀ ਭਾਈ ਆਪਣੇ ਥਾਂ, ਪੰਜਾਬੀ ਲਫ਼ਜ਼ ਜਦੋਂ ਲਫ਼ਜ਼ਾਂ ਦੀ ਗੱਲ ਕਰਾਂਗੇ, ਗੁਰਮੁਖੀ 'ਚ ਗੁਰੂ ਗ੍ਰੰਥ ਸਾਹਿਬ 'ਚ ਲਿਖੇ ਗਏ, ਭਾਸ਼ਾ ਪੰਜਾਬੀ ਹੈ। ਹੁਣ ਭਾਸ਼ਾ ਦੇ ਜਿਹੜੇ ਵੀ ਭਗਤ ਨੇ ਲਿਖੀ, ਉਹਨਾਂ ਨੇ ਹੂ ਬਹੂ ਉੱਦਾਂ ਹੀ ਲਿਖ ਦਿੱਤੀ, ਪਰ ਲਿਖੀ ਗੁਰਮੁਖੀ 'ਚ ਹੈ। ਹੁਣ ਕਈ ਸ਼ਬਦ ਜਿਹੜੇ ਆਪਾਂ ਭਗਤਾਂ ਦੇ ਦੇਖਦੇ ਹਾਂ, ਜਿਹੜੀ ਉਹਨਾਂ ਦੀ ਪ੍ਰਾਂਤਾਂ ਦੀ ਬੋਲੀ ਹੈ, ਗੁਰੂ ਸਾਹਿਬ ਨੇ ਉਹ ਬੋਲੀ ਉੱਦਾਂ ਹੀ ਰੱਖੀ, ਪਰ ਉਹਨੂੰ ਗੁਰਮੁਖੀ ਲਿਪੀ 'ਚ ਲਿਖਿਆ। ਸਾਡੀ ਲਿਪੀ ਗੁਰਮੁਖੀ, ਸਾਡਾ ਸਾਰਾ ਗੁਰੂ ਗ੍ਰੰਥ ਸਾਹਿਬ ਗੁਰਮੁਖੀ 'ਚ ਲਿਖਿਆ। ਸਿੱਖ ਕੌਮ ਦਾ ਇੱਕ ਇਤਿਹਾਸ, ਅਤੇ ਫਿਰ ਪੰਜਾਬੀ ਕਿੱਥੋਂ ਆ ਬੜੀ ਉੱਥੇ? ਪੰਜਾਬ ਦੇ ਵਾਰਸ ਸਿੱਖ ਕੋਈ ਬੰਦਾ ਸਾਡੇ ਸਾਹਮਣੇ ਅਸੀਂ ਸਾਬਤ ਕਰ ਸਕਦੇ ਹਾਂ ਕਿ ਪੰਜਾਬ ਦੇ ਵਾਰਸ ਸਿੱਖ ਆ? ਕਿਸੇ ਨੇ ਜਦੋਂ ਤੋਂ 711 ਤੋਂ ਹਮਲੇ ਸ਼ੁਰੂ ਹੋਏ, ਗੁਰੂ ਨਾਨਕ ਤੋਂ ਪਹਿਲਾਂ ਕਿਸੇ ਨੇ ਚੈਲੰਜ ਨਹੀਂ ਕੀਤਾ। ਗੁਰੂ ਨਾਨਕ ਨੇ ਚੈਲੰਜ ਕੀਤਾ, 10 ਜਾਮਿਆਂ ਦੇ ਵਿੱਚ ਗੱਲ ਗਈ, ਬੰਦਾ ਸਿੰਘ ਬਹਾਦਰ ਮਿਸਲਾਂ ਬਣੀਆਂ, ਔਰ ਉਹਨਾਂ ਨੇ ਪਹਿਲਾਂ ਮੁਗਲਾਂ ਦੀਆਂ ਗੋਡੀਆਂ ਲਵਾਈਆਂ, ਮੁੜ ਕੇ ਅਫਗਾਨਾਂ ਨੂੰ ਭਜਾ ਕੇ ਇੱਥੇ ਪੰਜਾਬ 'ਚ ਸਿੱਖ ਰਾਜ ਕਾਇਮ ਕੀਤਾ। ਇਹ ਧਰਤੀ ਫਿਰ ਕਿਹਦੀ ਹੋਈ? ਇਹ ਧਰਤੀ ਸਿੱਖਾਂ ਦੀ ਹੈ। ਸਿੱਖਾਂ ਦੀ ਧਰਤੀ ਹੋਵੇ, ਸਿੱਖਾਂ ਦਾ ਇੱਥੇ ਧਰਮ ਸਟੈਬਲਿਸ਼ ਹੋਇਆ ਹੋਵੇ, ਸਿੱਖਾਂ ਨੇ ਸਾਰਿਆਂ ਦੂਜਿਆਂ ਨੂੰ ਪਿਆਰ ਬਰਾਬਰ ਦਾ ਦਿੱਤਾ ਹੋਵੇ, ਈਵਨ ਉਦੋਂ ਦਿੱਤਾ ਹੋਵੇ ਜਦੋਂ ਰਾਜ ਸਿੱਖਾਂ ਦਾ ਸੀ, ਅਤੇ ਫਿਰ ਉੱਥੋਂ ਤੁਸੀਂ ਸਿੱਖ ਲਫ਼ਜ਼ ਹੀ ਮਿਟਾ ਦਿਓ। ਇਹ ਬੇਈਮਾਨੀ। ਜਾਂ ਸਾਡੇ ਲੋਕ ਜਿਹੜੇ ਭਾਈ ਇਸ ਵੇਲੇ
ਆਪਣੇ ਆਪ ਨੂੰ ਬੜੇ ਮਾਡਰਨ ਸਿੱਖ ਆਉਂਦੇ ਆ ਵੀ ਅਸੀਂ ਬਹੁਤ ਸਿਆਣੇ ਆ, ਅਸੀਂ ਪੜ੍ਹੇ ਲਿਖੇ ਆ। ਅਤੇ ਇਹ ਜਿਹੜੇ ਬਾਕੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ, ਜਿਹੜੇ ਆਪਣੇ ਇਤਿਹਾਸ 'ਤੇ ਪਹਿਰਾ ਦੇਣ ਵਾਲੇ ਆ, ਇਹਨਾਂ ਨੂੰ ਇਹ ਤਾਂ ਐਵੇਂ ਤੁਰੇ ਫਿਰਦੇ ਆ ਅਸੀਂ ਸਹੀ ਹਾਂ। ਪਰ ਸਾਹਮਣੇ ਆ ਕੇ ਅੱਖ ਚੱਕ ਪਾ ਗੱਲ ਕਰੋ, ਫਿਰ ਤੁਹਾਨੂੰ ਪੰਜਾਬੀ ਸਮਝਾਉਂਦੇ। ਜਿਹੜੀ ਪੰਜਾਬੀ ਦੀ ਤੁਸੀਂ ਗੱਲ ਕਰਦੇ ਆ, ਪੰਜਾਬੀ ਭਾਸ਼ਾ, ਲਿਪੀ ਗੁਰਮੁਖੀ, ਕੌਮ ਸਿੱਖ ਕੌਮ, ਅਸੀਂ ਸਿੱਖ, ਇਹ ਗੱਲ ਕਲੀਅਰ ਕਰਨੀ ਪਊ। ਆਖਰ ਕੀ ਹੈ ਸਿੱਖਾਂ ਦੇ ਲਈ ਰਾਜ ਦਾ ਸੰਕਲਪ? ਕੀ ਇਸ ਵਿੱਚ ਦੁਨੀਆ ਨਾਲੋਂ ਕੁਝ ਵੱਖਰਾ ਹੈ? ਅੱਜ BBC ਵੱਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਦੁਨੀਆ ਦਾ ਸਭ ਤੋਂ ਉੱਤਮ ਰਾਜ ਮੰਨਿਆ ਗਿਆ। ਇਹ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ ਹੈ, ਸਗੋਂ ਇਹ ਸਿੱਖ ਰਾਜ ਦਾ ਉਹ ਮੁਲਾਂਕਣ ਹੈ ਜੋ ਇਮਾਨਦਾਰੀ ਨਾਲ ਗੈਰ ਸਿੱਖਾਂ ਵੱਲੋਂ ਕੀਤਾ ਗਿਆ। ਸਿੱਖ ਆਪਦੇ ਆਪ ਨੂੰ ਜਿਵੇਂ ਡਿਫਾਈਨ ਕਰ ਰਹੇ ਸੀ ਉਹ ਠੀਕ ਸੀਗਾ, ਅੱਜ ਵੀ ਠੀਕ ਹੈ ਉਹ, ਕਿ ਸਿੱਖਸ ਆਰ ਏ ਪੋਲੀਟੀਕਲ ਕਮਿਊਨਿਟੀ, ਅਤੇ ਪੋਲੀਟੀਕਲ ਕਮਿਊਨਿਟੀ ਦਾ ਇੱਕ ਦਾਅਵਾ ਬਣ ਜਾਂਦਾ ਰਾਜ ਦਾ, ਸੋਵਰੈਂਟੀ ਦਾ। ਅਤੇ ਦੂਜੀ ਗੱਲ, ਸਾਨੂੰ ਜਿਹੜਾ ਇਹ ਬਖਸ਼ਿਆ ਗਿਆ ਹੈ ਸੋਵਰੈਂਟੀ ਦੀ ਗੱਲ, ਇਹ ਅਕਾਲ ਪੁਰਖ ਵੱਲੋਂ ਬਖਸ਼ੀ ਗਈ ਹੈ। ਸਿੱਖ ਜੇ ਬੌਰਨ ਸੋਵਰਨ। ਹੁਣ ਇਹ ਵੀ ਗੱਲ ਕੋਈ ਫੋਕੀ ਫੜ ਵਾਸਤੇ ਨਹੀਂ ਕਿ ਸਿੱਖ ਨੇ ਜੁੰਮੇ ਜੋ ਇਤਿਹਾਸ ਦਾ ਕਾਰਜ ਹੈ, ਸਿੱਖ ਨੇ ਜੋ ਰੋਲ ਨਿਭਾਉਣਾ ਹੈ, ਉਹ ਸੋਵਰਨ ਹੋਏ ਬਗੈਰ ਗੁਲਾਮ ਕਿਵੇਂ ਨਿਭਾ ਦੂਗਾ? ਉਹਨੇ ਟੋਟਲ ਮਾਨਵਤਾ ਵਾਸਤੇ ਕੰਮ ਕਰਨਾ ਹੈ। ਇਹ ਦੁਸ਼ਮਣੀ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਕਰਨਾ ਹੈ, ਦਾਇਰਿਆਂ ਤੋਂ ਉੱਪਰ ਉੱਠ ਕੇ ਕਰਨਾ ਹੈ। ਇੱਕ ਸਰਬੱਤ ਦੇ ਭਲੇ ਦੀ ਗੱਲ ਦੁਨੀਆ ਦੇ ਵਿੱਚ ਲੈ ਕੇ ਜਾਣੀ ਹੈ। ਅਤੇ ਉਹ ਕਿਵੇਂ ਲੈ ਕੇ ਜਾਊ ਜੇ ਉਹ ਇੱਕ ਕਿਸੇ ਗੁਲਾਮ ਬਣਿਆ ਬੈਠਾ ਕਿਤੇ? ਸੋ ਸੋਵਰਨ ਹੋਣਾ ਤਾਂ ਸਿੱਖ ਦੀ ਪਹਿਲੀ ਲੋੜ ਹੈ, ਤਾਂ ਹੀ ਉਹ ਅਕਾਲ ਪੁਰਖ ਵੱਲੋਂ ਬਖਸ਼ੇ ਮਿਸ਼ਨ ਨੂੰ ਅਤੇ ਕਾਰਜਾਂ ਨੂੰ ਉਹ ਦੁਨੀਆ 'ਚ ਕਿਤੇ ਅਮਲ 'ਚ ਟਰਾਂਸਲੇਟ ਕਰ ਸਕੂਗਾ। ਇਹ ਗੱਲ ਸਮਝਣੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਦੁਨੀਆ ਵਾਸਤੇ ਰਾਜ ਕੀ ਹੈ? ਉਹ ਇੱਕ ਪੋਲੀਟੀਕਲ ਲਸਟ 'ਚੋਂ ਪੈਦਾ ਹੋਇਆ ਕਨਸੈਪਟ ਹੈ, ਲਾਲਚ ਹੈ, ਤ੍ਰਿਸ਼ਨਾ ਹੈ ਰਾਜ, ਕਿਉਂਕਿ ਰਾਜ ਦੀ ਅਪੀਲ ਬੜੀ ਆ ਬੰਦੇ ਨੂੰ। ਸਾਡੇ ਵਾਸਤੇ ਤ੍ਰਿਸ਼ਨਾ 'ਚੋਂ ਨਿਕਲੀ ਗੱਲ ਨਹੀਂ, ਸਾਡੇ ਦੈਵੀ ਮਿਸ਼ਨ ਦੀ ਪੂਰਤੀ ਲਈ ਇੱਕ ਵਸੀਲਾ ਹੈ। ਉਹਦੇ ਅਧੀਨ ਰਹਿ ਕੇ ਸਾਨੂੰ ਉਹ ਮਨਜ਼ੂਰ ਹੈ। ਜੇ ਤਾਂ ਹੀ ਅਸੀਂ ਕਹਿੰਦੇ ਹਾਂ ਵੀ ਸਾਨੂੰ ਰਾਜ ਉਦੋਂ ਮਿਲੂ ਜਦੋਂ ਗੁਰੂ ਨੂੰ ਮਨਜ਼ੂਰ ਹੋ, ਉਹ ਗੁਰੂ ਦੀ ਬਖਸ਼ਿਸ਼ ਨਾਲ ਮਿਲੂ। ਅਤੇ ਗੁਰੂ ਦੀ ਬਖਸ਼ਿਸ਼ ਨਾਲ ਜਿੰਨਾ ਚਿਰ ਅਸੀਂ ਲਸਟ 'ਚੋਂ ਕੁਛ ਕਰਾਂਗੇ, ਆਪਦੀ ਤ੍ਰਿਸ਼ਨਾ 'ਚੋਂ ਕਰਾਂਗੇ, ਉਹਨਾਂ ਚਿਰ ਗੁਰੂ ਦੀ ਬਖਸ਼ਿਸ਼ ਨਹੀਂ ਹੋਣੀ। ਸੋ ਇਹ ਇੱਕ ਵੱਡਾ, ਇਹ ਆਮ ਲੋਕਾਂ ਨੂੰ, ਇਹ ਮਾਡਰਨ ਸਾਰੀ ਜਿਹੜੀ ਥਿੰਕਿੰਗ ਆ ਉਹਦੇ 'ਚ ਇਹ ਸਮਝ ਨਹੀਂ ਆਉਂਦੀ ਬੰਦਿਆਂ ਨੂੰ ਗੱਲ, ਕਿ ਤੁਸੀਂ ਇਹ ਕੀ ਗੱਲ ਹੋਈ ਵੀ ਰਾਜ ਪਿੱਛੇ ਵੀ ਲੜਨਾ ਹੈ ਅਤੇ ਤ੍ਰਿਸ਼ਨਾ ਵੀ ਕੋਈ ਨਹੀਂ। ਇਹੀ ਤਾਂ ਖੂਬਸੂਰਤੀ ਹੈ। ਭਾਈ ਰਣਧੀਰ ਸਿੰਘ ਨੂੰ ਜਦੋਂ ਇੰਟੈਰੋਗੇਟ ਕੀਤਾ ਸੀਗਾ, ਜਦੋਂ ਉਹਨਾਂ ਨੇ ਗਦਰ ਪਾਰਟੀ 'ਚ ਹਿੱਸਾ ਲਿਆ, ਜਦੋਂ ਫੜੇ ਗਏ ਅਤੇ ਉਹਨੂੰ ਮੁਸਲਮਾਨ ਅਫਸਰ ਸੀਗਾ ਜਿਹੜਾ ਇੰਟੈਰੋਗੇਟ ਕਰ ਰਿਹਾ ਸੀ, ਉਹ ਕਹਿੰਦਾ ਵੀ ਤੁਸੀਂ ਇੱਕ ਅਧਿਆਤਮਕ ਹਸਤੀ ਹੋ, ਤੁਹਾਡਾ ਰਾਜ ਨਾਲ ਕੀ ਸੰਬੰਧ ਹੈ? ਉਹ ਕਹਿੰਦਾ ਦੈਟ ਵੇ ਸਾਡਾ ਕੋਈ ਸੰਬੰਧ ਨਹੀਂ, ਸਾਨੂੰ ਰਾਜ ਦੀ ਕੋਈ ਇੱਛਾ ਨਹੀਂ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ। ਉਹਨਾਂ ਨੇ ਗੁਰਬਾਣੀ ਦੁੱਖ ਦਾ ਦਿੱਤਾ ਹਵਾਲਾ ਵੀ ਅਸੀਂ ਕਿਸੇ ਡਿਜ਼ਾਇਰ 'ਚੋਂ ਨਹੀਂ, ਦੈਟ ਵੇ ਸਿੱਖ ਦੀ ਕੋਈ ਵੀ ਡਿਜ਼ਾਇਰ ਨਹੀਂ ਹੁੰਦੀ, ਨਾ ਸ਼ੌਹਰਤ ਨਾ ਕੁਛ ਹੋਰ ਹਾਸਲ ਕਰਨਾ। ਜੇ ਸਿੱਖ ਕੁਛ ਡਿਜ਼ਾਇਰ 'ਚੋਂ ਕਰ ਰਿਹਾ, ਮਨ 'ਚੋਂ ਉਪਜੀ ਕਿਸੇ ਇੱਛਾ 'ਚੋਂ, ਭਾਵੇਂ ਉਹ ਸ਼ਹੀਦ ਵੀ ਹੋ ਰਿਹਾ ਅਤੇ ਪਿੱਛੇ ਲਾਲਸਾ ਹੈ ਮੈਂ ਮਸ਼ਹੂਰ ਹੋ ਜਾ, ਮੇਰਾ ਨਾਂ ਵੱਡਾ ਹੋ ਜੇ, ਫਿਰ ਵੀ ਉਹ ਪ੍ਰਵਾਨ ਨਹੀਂ ਸਿੱਖੀ 'ਚ। ਲਾਲਸਾ ਅਧੀਨ ਕੀਤਾ ਕੋਈ ਵੀ ਕਾਰਜ ਪ੍ਰਵਾਨ ਨਹੀਂ। ਸੋ ਕਿਸੇ ਵੱਡੀ ਦੈਵੀ ਪ੍ਰੇਰਨਾ 'ਚੋਂ ਹੁੰਦਾ ਜੋ ਕੁਛ ਵੀ ਹੁੰਦਾ। ਸੋ ਸਿੱਖ ਰਾਜ ਵਾਸਤੇ ਲੜਿਆ, ਦੈਵੀ ਪ੍ਰੇਰਨਾ 'ਚੋਂ ਲੜਿਆ, ਇਸੇ ਕਰਕੇ ਇੱਕ ਵੱਖਰੀ ਛਾਪ ਛੱਡੀ ਇਤਿਹਾਸ 'ਤੇ। ਸੋ ਅੱਜ ਵੀ ਜਦੋਂ ਸਿੱਖ ਦੈਵੀ ਪ੍ਰੇਰਨਾ 'ਚੋਂ ਲੜੂਗਾ, ਫਿਰ ਹੀ ਉਹਨੂੰ ਜਿੱਤ ਨਸੀਬ ਹੋਊ। ਪਰ ਅਨਫਾਰਚੂਨੇਟਲੀ ਹੁਣ ਜੋ ਸਾਡਾ ਸਾਰਾ ਚੱਲ ਰਿਹਾ ਹੈ ਪਿਛਲੇ 30 ਸਾਲਾਂ ਤੋਂ, ਉਹਦੇ 'ਚ ਬਾਕੀ ਦੁਨੀਆ ਨਾਲੋਂ ਕੋਈ ਫਰਕ ਨਹੀਂ। ਜਿਵੇਂ ਬਾਕੀ ਦੁਨੀਆ ਲੜ ਰਹੀ ਹੈ, ਉਵੇਂ ਹੀ ਸਾਡੇ ਬੰਦੇ ਮਨ 'ਚ ਕਿਤੇ ਲਾਲਸਾ ਹੈ। ਲਾਲਸਾ 'ਚੋਂ ਫਿਰ ਧੜੇ, ਜਿੱਥੇ ਸਵਾਰਥ ਹੋਊ ਧੜੇ ਬਣਨਗੇ, ਕਿਉਂਕਿ ਸਵਾਰਥ ਨੇ ਟਕਰਾਉਣਾ ਹੈ। ਹੁਣ ਜੇ 1915 ਵਾਲੇ ਸਰਬੱਤ ਖਾਲਸਾ 'ਚ 4 ਜਥੇਦਾਰ ਚੁਣ ਲਏ, ਉਹ ਚਾਰੇ ਇੱਕ ਦੂਜੇ ਨਾਲ ਅੱਜ ਬੋਲਦੇ ਨਹੀਂ।
ਇੰਨੀ ਸਪਲਿਟ ਹੈ। ਜਿਹੜੇ ਜਥੇਦਾਰ ਤਾਂ ਸਭ ਤੋਂ ਕੌਮ ਦਾ ਸੁਪਰੀਮ ਕਹਿ ਲਓ ਨਾ ਅੰਗ, ਜੇ ਉਹਨਾਂ ਦੀ ਇਹ ਹਾਲਤ ਹੈ, ਇੱਕ ਦੂਜੇ ਨਾਲ ਨਹੀਂ ਬੋਲ ਰਹੇ, ਲੜੇ ਹੋਏ ਨੇ, ਇਹ ਸਾਡੀ ਅੱਜ ਦੀ ਸਥਿਤੀ ਦਾ ਪਤਾ ਲੱਗਦਾ। ਸੋ ਅਸੀਂ ਉਹ ਗੁਰੂ ਦੇ ਰਾਹ ਨੂੰ ਭੁੱਲੇ ਹਾਂ। ਅਸੀਂ ਦੇਵੀ ਪ੍ਰੇਰਨਾ ਚੋਂ ਰਾਜ ਲਈ ਲੜਨਾ ਹੈ, ਫੇਰ ਹੀ ਉਹ ਰਾਜ ਸਿੱਖ ਰਾਜ ਸਹੀ ਅਰਥਾਂ ਦੇ ਵਿੱਚ। ਵੈਸੇ ਤੁਹਾਨੂੰ ਸਿੱਖ ਰਾਜ ਕਹਿਣਾ ਵੀ ਗਲਤ ਹੈ। ਜਦੋਂ ਅਸੀਂ ਦਾਇਰੇ ਜਿਹੇ 'ਚ ਬੰਨ੍ਹ ਦਿੰਦੇ ਹਾਂ ਨਾ, ਉਹ ਇੱਕ ਆਦਰਸ਼ਕ ਰਾਜ ਹੋਊ ਮਾਨਵਤਾ ਦਾ, ਜਿਹਦੇ 'ਚ ਸਿੱਖ ਤੇ ਗੈਰ ਸਿੱਖ ਦਾ ਫਰਕ ਕੋਈ ਨਹੀਂ ਹੋਊਗਾ। ਪਰ ਇਹ ਗੱਲਾਂ ਅੱਜ ਦੀ ਦੁਨੀਆ 'ਚ ਜਿਵੇਂ ਲੋਕ ਜਿਉਂ ਰਹੇ ਨੇ, ਉਹ ਬੜੀਆਂ ਔਖੀਆਂ ਸਮਝਣੀਆਂ। ਮੈਂ ਤਾਂ ਹਵਾਈ ਜੀਆਂ ਗੱਲਾਂ, ਇਹ ਹਵਾਈ ਨਹੀਂ, ਇਹ ਹੋਈਆਂ ਧਰਤੀ ਤੇ ਫੇਰ ਹੋਣਗੀਆਂ। ਇਹ ਲੱਗਦੀ ਕਰਾਮਾਤ ਹੀ ਹੈ ਜਾਂ ਕੋਈ ਵੱਡੀ ਗੱਲ ਆਣੂ ਹੋਣੀ, ਇਹ ਵਾਪਰੀਆਂ ਤੇ ਵਾਪਰਨਗੀਆਂ। ਪੰਜਾਬੀਅਤ ਦੀ ਧਾਰਨਾ ਨੂੰ ਮਜ਼ਬੂਤ ਕਰਨ ਲਈ ਦਸੰਬਰ 1983 ਤੋਂ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਦੌਰ ਸ਼ੁਰੂ ਕੀਤਾ ਗਿਆ। ਇਹਨਾਂ ਵਿੱਚ ਸਿੱਖ ਪਛਾਣ ਨੂੰ ਫਿਰਕੂ ਅਤੇ ਪੰਜਾਬੀ ਪਛਾਣ ਨੂੰ ਸਾਂਝੀ ਪਹਿਚਾਣ ਕਹਿ ਕੇ ਪ੍ਰਚਾਰਿਆ ਗਿਆ। ਹੁਣ ਹੈਰਾਨੀ ਇਸ ਗੱਲ ਤੇ ਹੁੰਦੀ ਹੈ ਕਿ ਜਿਸ ਪੰਜਾਬੀ ਕੌਮ ਦੀ ਧਾਰਨਾ ਨੂੰ ਪ੍ਰਚਾਰਿਆ ਗਿਆ, ਕੀ ਉਸ ਦਾ ਕੋਈ ਇਤਿਹਾਸਿਕ ਪਿਛੋਕੜ ਹੈ? ਕੀ ਕੋਈ ਉਹਨਾਂ ਦੇ ਸਾਂਝੇ ਨਾਇਕ ਹਨ? ਕੀ ਕੋਈ ਸਾਂਝਾ ਇਸ਼ਟ ਹੈ? ਕੀ ਕੋਈ ਸਾਂਝਾ ਵਿਰਸਾ ਹੈ? ਜਾਂ ਫਿਰ ਸਿਰਫ ਸਿੱਖ ਕੌਮ ਦੀ ਧਾਰਨਾ ਨੂੰ ਕਮਜ਼ੋਰ ਕਰਨ ਲਈ ਇਹ ਸਭ ਕੁਝ ਕੀਤਾ ਗਿਆ? ਜਿਹੜੀਆਂ ਪੰਜਾਬੀ ਕਾਨਫਰੰਸਾਂ ਹੋਈਆਂ, ਅਸੀਂ ਸਮਝਦੇ ਹਾਂ, ਕਿਉਂਕਿ ਜੇ ਤੁਸੀਂ ਅਜਮੇਰ ਸਿੰਘ ਦੀ ਕਿਤਾਬ ਜਿਹੜੀ ਪੜ੍ਹੀ ਹੋਵੇ ਨਾ, ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ 1986-87 ਵਿੱਚ ਆ ਕੇ ਰਾਜੀਵ ਗਾਂਧੀ ਨੇ ਉੱਤਰੀ ਭਾਰਤ ਸੱਭਿਆਚਾਰਕ ਕੇਂਦਰ, ਇਹਨੂੰ ਨਾਰਥ ਇੰਡੀਅਨ ਕਲਚਰਲ ਸੈਂਟਰ ਪਟਿਆਲਾ ਵਿੱਚ ਖੋਲ੍ਹਿਆ ਸੀ। ਉਸ ਸੰਸਥਾ ਦਾ ਕੰਮ ਹੀ ਇਹ ਸੀ ਵੀ ਜਿਸ ਤਰ੍ਹਾਂ ਤੁਸੀਂ ਵੀ ਉਹਨਾਂ ਨੂੰ ਸਿੱਖਾਂ ਨੂੰ ਤੇ ਉਹਨਾਂ ਦੀ ਬੋਲੀ ਨੂੰ ਵੀ ਇੱਕ ਤਰ੍ਹਾਂ ਨਾਲ ਕੁਰਾਹੇ ਪਾਉਣਾ ਹੈਗਾ। ਸੋ ਪੰਜਾਬੀ ਦੀਆਂ ਜਿਹੜੀਆਂ ਇਹ ਕਾਨਫਰੰਸਾਂ ਹੁੰਦੀਆਂ ਗਈਆਂ, ਉਸ ਪ੍ਰੋਜੈਕਟ 'ਚੋਂ ਨਿਕਲੀਆਂ ਸੀ। ਉਹਦੀ ਫੰਡਿੰਗ ਵੀ ਉੱਤਰੀ ਭਾਰਤ ਸੱਭਿਆਚਾਰਕ ਕੇਂਦਰ ਵਿੱਚੋਂ ਹੁੰਦੀ ਸੀ ਤੇ ਉਹਦੇ ਵਿੱਚ ਵਿਦਵਾਨ ਵੀ ਉਹੀ ਬੁਲਾਏ ਜਾਂਦੇ ਸੀ। ਉਹਨਾਂ ਲੋਕਾਂ ਨੂੰ ਬੁਲਾ ਕੇ ਉਹਨਾਂ ਨੂੰ ਸਭ ਕੁਝ ਪਹਿਲਾਂ ਦੱਸ ਦਿੱਤਾ ਜਾਂਦਾ ਸੀ ਵੀ ਤੁਸੀਂ ਕਿਸ ਕਿਸਮ ਦੇ ਵਿਚਾਰ ਪ੍ਰਗਟ ਕਰਨੇ ਆ। ਸੋ ਲੱਗਦਾ ਸੀ ਆਮ ਤੌਰ ਤੇ ਵੀ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਕਾਨਫਰੰਸਾਂ ਹੋ ਰਹੀਆਂ। ਅਸਲ 'ਚ ਉਹ ਪੰਜਾਬੀ ਦਾ ਗਲ ਵੱਢਣ ਦੀਆਂ ਜਿਹੜੀਆਂ ਕਾਨਫਰੰਸਾਂ ਸੀ, ਉਹ ਸੀ। ਉਹਨਾਂ ਦਾ ਕੋਈ ਵੀ ਫਾਇਦਾ ਨਹੀਂ। ਉਹਦੇ ਵਿੱਚ ਜਸਟ ਬਹੁਤ ਹੀ ਹਲਕੇ ਕਿਸਮ ਦੇ ਵਿਦਵਾਨ, ਜਿਹੜੇ ਪੰਜਾਬੀ ਦੇ ਸੋ ਕਾਲਡ ਸਾਹਿਤਕਾਰ, ਜਿਹੜੇ ਆਪਣੇ ਇੱਕ ਤਰ੍ਹਾਂ ਨਾਲ ਸਥਾਪਤੀ ਭਾਲਦੇ ਸੀ, ਜਿਨ੍ਹਾਂ ਦੀ ਕੋਈ ਆਇਡੈਂਟੀਟੀ ਨਹੀਂ ਸੀ, ਕੋਈ ਪਹਿਚਾਣ ਨਹੀਂ ਸੀ ਰਹਿ ਗਈ, ਉਹ ਜਸਟ ਉੱਥੇ ਆ ਕੇ ਆਪਣਾ ਰੌਲਾ ਰੱਪਾ ਪਾ ਕੇ ਜਾਂ ਸ਼ਰਾਬਾਂ ਵਗੈਰਾ ਪੀ ਕੇ ਉਹ ਚਲੇ ਜਾਂਦੇ ਸੀ। ਸੋ ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਅਸੀਂ ਸਮਝਦੇ ਵੀ ਕੋਈ ਵੀ ਯੋਗਦਾਨ ਨਹੀਂ ਹੈ। ਉਹ ਇਹ ਸੀ ਕਿ ਇਹਨਾਂ ਦੇ ਇਸ ਆਧਾਰ ਨੂੰ ਚੈਲੰਜ ਕਰ ਦਿਓ ਕਿ ਸਿੱਖ ਕੌਮ ਦਾ ਕੋਈ ਆਧਾਰ ਨਹੀਂ। ਜੇ ਕੌਮ ਦਾ ਆਧਾਰ ਕੋਈ ਨਹੀਂ, ਫਿਰ ਪੋਲੀਟੀਕਲ ਇਹਨਾਂ ਦਾ ਦਾਅਵਾ ਕੋਈ ਨਹੀਂ ਬਣਦਾ। ਉਹ ਤਾਂ ਉੱਥੋਂ ਨਿਕਲੀ ਉਹਨਾਂ ਦੀ। ਫਿਰ ਇਹ ਸੀ ਵੀ ਉਹਨੂੰ ਕਿਹੜੇ ਆਧਾਰ 'ਤੇ ਕਰੀਏ। ਉਹਦਾ ਇਹ ਸੀ ਕਿ ਪੰਜਾਬੀ ਕੌਮ ਦਾ ਕਨਸੈਪਟ ਅੱਗੇ ਲਿਆ, ਕਿ ਪੰਜਾਬੀ ਕੌਮ ਠੀਕ ਹੈ, ਇੱਕ ਰੀਅਲ ਹੈ ਐਂਟੀਟੀ, ਅਤੇ ਉਸ ਆਧਾਰ ਦੇ ਉੱਤੇ ਜੋ ਗੱਲ ਹੋਣੀ ਚਾਹੀਦੀ ਉਹ ਹੋਵੇ। ਐਕਚੁਅਲੀ ਫਿਰ ਇਹ ਸ਼ਰੀਕੇ 'ਚੋਂ ਨਿਕਲਿਆ ਕਨਸੈਪਟ ਹੈ, ਜ਼ਿੰਦਗੀ ਦੀ ਹਕੀਕਤ 'ਚੋਂ ਨਹੀਂ, ਸੱਚਾਈ 'ਚੋਂ ਨਹੀਂ। ਕਿਉਂਕਿ ਜੇ ਪੰਜਾਬੀ ਕੌਮ ਦੀ ਕੋਈ ਹਸਤੀ ਹੁੰਦੀ ਤਾਂ ਇਤਿਹਾਸ 'ਚ ਉਹਨੇ ਕੋਈ ਆਪਦਾ ਰੰਗ ਦਿਖਾਉਣਾ ਸੀ ਕਿ ਫਲਾਣੇ ਮੌਕੇ ਜਿਹੜੇ ਪੰਜਾਬੀ ਨੂੰ ਧਰਮ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਆਪਦੇ ਰਾਜ ਲਈ ਦਿੱਲੀ ਦੇ ਖਿਲਾਫ ਲੜੇ। ਉਹ ਦੱਸ ਦਿਓ ਕੋਈ ਦੌਰ ਜਿੱਥੇ ਪੰਜਾਬੀ ਐਜ ਪੰਜਾਬੀ ਲੜੇ ਹੋਣ। ਸਿੱਖ ਹੀ ਲੜੇ ਆ, ਬਾਕੀ ਤਾਂ ਮਤਲਬ ਨਹੀਂ ਲੜੇ। ਜੇ ਲੜਿਆ ਕਿਤੇ ਦੱਸਣ ਬੰਦੇ, ਮਤਲਬ ਕੁਰਬਾਨੀ ਕੋਈ ਹਿੰਦੂ ਦੇ ਨਾਮ ਦੱਸ ਦੇਣ, ਸ਼ਹੀਦ ਹੋ ਗਿਆ ਹੋਵੇ ਪੰਜਾਬ 'ਚ ਆਪਦਾ ਰਾਜ ਕਾਇਮ ਕਰਨ ਵਾਸਤੇ, ਉਹ ਤਾਂ ਆਪਦੇ ਆਪ ਨੂੰ ਦਿੱਲੀ ਦੀ ਐਕਸਟੈਂਸ਼ਨ ਸਮਝਦੇ, ਖੁਸ਼ ਨੇ। ਉਹ ਤਾਂ ਠੀਕ ਹੈ, ਦਿੱਲੀ ਸਾਡੀ ਹੈ। ਸੋ ਮੁਸਲਮਾਨਾਂ ਦੇ ਮਤਲਬ ਇਹ ਕੀ ਹੋਇਆ ਕਿ ਹਿਸਟੋਰੀਕਲ ਡਿਵੈਲਪਮੈਂਟ ਪੰਜਾਬ ਦੀ ਅਜਿਹੀ ਹੋਈ ਕਿ ਜਿਹੜੀ ਪੰਜਾਬੀ ਦੀ ਗੱਲ ਸੀ ਨਾ, ਪੰਜਾਬੀ ਕੌਮ ਦੀ, ਉਹਦੀ ਹਸਤੀ ਡਿਵੈਲਪ ਨਹੀਂ ਹੋਈ, ਉਹ ਸਪਲਿਟ ਹੋ ਗਈ, ਪੋਲਰਾਈਜ਼ ਹੋ ਗਈ। ਇਹ ਫੈਕਟ ਸਾਨੂੰ ਤਸਲੀਮ ਕਰ ਲੈਣਾ ਚਾਹੀਦਾ ਕਿ ਦੇਅਰ ਇਜ਼ ਨੋ ਸੱਚ ਥਿੰਗ ਐਜ਼ ਯੂਨਾਈਟਿਡ ਪੰਜਾਬੀ ਨੈਸ਼ਨੈਲਿਟੀ।
ਸੋ ਉਹ ਫਿਰ ਉਹਦੇ ਵਿੱਚੋਂ ਇਹਨਾਂ ਨੇ ਇਹ ਵੀ ਇਸ ਗੱਲ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਉਹ ਪੰਜਾਬੀ ਕਾਨਫਰੰਸਾਂ, ਉਹਦਾ ਮਕਸਦ ਇਹ ਸੀ ਕਿ ਮੋਬਿਲਾਈਜ਼ ਦੀ ਇੰਟੈਲੀਜੈਂਸੀ ਆ, ਜਿਹੜਾ ਆ ਕੇ ਬੋਲੇ, ਅਸਲਟ ਕਰੇ ਦੇਸ਼ ਵਿਦੇਸ਼ 'ਚ ਬੈਠਾ। ਉਹ ਅਡੰਬਰ ਉਹ ਸੀਗੇ ਜਿਹੜੇ ਪੰਜਾਬੀ ਕਾਨਫਰੰਸਾਂ ਦੇ, ਕਿ ਸਿੱਖਾਂ ਦੇ ਸਟਰਗਲ ਨੂੰ, ਸੰਘਰਸ਼ ਨੂੰ ਢਾਹ ਲਾਉਣ ਵਾਸਤੇ ਇਹ ਇੱਕ ਸ਼ਰੀਕੇ ਦੇ ਵਿੱਚੋਂ ਖੜਾ ਕੀਤਾ ਸੰਕਲਪ ਸੀ। ਉਹਦੇ ਉੱਤੇ ਫਿਰ ਉਹਨਾਂ ਨੇ ਇਟ ਵਾਜ ਏ ਪੋਲੀਟੀਕਲ ਮੋਬਿਲਾਈਜੇਸ਼ਨ, ਨੋ ਪੰਜਾਬੀ। ਕੋਈ ਗਾਹਾਂ ਉਹਨਾਂ ਨੇ ਸਾਹਮਣੇ ਰੱਖਿਆ ਨਹੀਂ ਵੀ ਸਾਡਾ ਉਦੇਸ਼ ਕੀ ਹੈ, ਭਲਾ ਮੰਤਵ ਕੀ ਹੈ। ਪੋਲੀਟੀਕਲ ਕੋਈ ਉਦੇਸ਼ ਨਹੀਂ। ਜੇ ਪੰਜਾਬੀ ਕੌਮ ਬਣਦੇ ਹੋ, ਆਪਦੀ ਆਤਮ ਜਿਹੜਾ ਹੈਗਾ ਸੈਲਫ ਡਿਟਰਮੀਨੇਸ਼ਨ ਵਾਸਤੇ ਲੜੋ ਕਿ ਪੰਜਾਬੀ ਕੌਮਾਂ ਨੂੰ ਪੰਜਾਬ 'ਚ ਰਾਜ ਕਰਨ ਦਾ ਅਧਿਕਾਰ ਹੋਵੇ। ਉਹ ਨਹੀਂ ਲੜੇ। ਇਹ ਤਾਂ ਫੈਡਰਲਿਜ਼ਮ ਵਾਸਤੇ ਵੀ ਨਹੀਂ ਲੜੇ। ਚਲੋ ਪੂਰੀ ਸੋਵਰੈਂਟੀ ਦਾ ਗੱਲ ਹੀ ਛੱਡੋ, ਫੈਡਰਲਿਜ਼ਮ ਵਾਸਤੇ ਵੀ ਕੋਈ ਸੰਘਰਸ਼ ਨਹੀਂ, ਕੋਈ ਕੁਰਬਾਨੀ ਨਹੀਂ ਕਿਸੇ ਦੀ। ਸੋ ਤਾਂ ਅਸੀਂ ਇਹ ਵੀ ਇੱਕ ਸ਼ਰੀਕੇ 'ਚੋਂ ਖੜੀ ਤੇ ਢਾਹ ਲਾਉਣ ਵਾਸਤੇ ਇੱਕ ਨਕਾਰਾਤਮਕ ਬਿਰਤੀ 'ਚੋਂ ਨਿਕਲੀ ਚਾਲ ਸੀਗੀ ਪੋਲੀਟੀਕਲ। ਭਾਰਤੀ ਸਟੇਟ ਵੱਲੋਂ ਸਿੱਖੀ ਨੂੰ ਖੋਰਾ ਲਾਉਣ ਲਈ ਡੇਰਾਵਾਦ ਨੂੰ ਵੱਡੀ ਪੱਧਰ ਤੇ ਸ਼ਹਿ ਦਿੱਤੀ ਗਈ। ਜੂਨ 1984 ਦੇ ਸੰਘਰਸ਼ ਦਾ ਮੁੱਢ 1978 ਦੀ ਵਿਸਾਖੀ ਦੇ ਨਾਲ ਵੱਜਦਾ ਹੈ, ਜਦੋਂ ਨਿਰੰਕਾਰੀਆਂ ਵੱਲੋਂ 13 ਸਿੱਖਾਂ ਨੂੰ ਅੰਮ੍ਰਿਤਸਰ ਵਿੱਚ ਸ਼ਹੀਦ ਕਰ ਦਿੱਤਾ ਗਿਆ। ਜਦੋਂ ਅਸੀਂ ਸਿਧਾਂਤਕ ਪੱਖ ਤੋਂ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਕੁਝ ਲੇਖਕਾਂ ਵੱਲੋਂ ਉਲਟਾ ਸਿੱਖਾਂ ਨੂੰ ਧਾਰਮਿਕ ਅਸਹਿਣਸ਼ੀਲਤਾ ਦੇ ਦੋਸ਼ੀ ਕਰਾਰ ਦਿੱਤਾ ਗਿਆ। ਦੇਖੋ, ਜਿਹੜੀ 78 ਦੇ ਵਿੱਚ ਜਿੱਥੋਂ ਟ੍ਰਿਗਰ ਹੋਈ ਸਾਰੀ ਗੱਲ ਆਪਾਂ ਕਹਿ ਸਕਦੇ ਹਾਂ, ਉਹ 'ਚ ਮਸਲਾ ਕੀ ਸੀ? ਮਸਲਾ ਇਹ ਸੀ ਕਿ ਸਿੱਖਾਂ ਨੂੰ ਇਸ ਗੱਲ ਨਾਲ ਕੋਈ ਇਤਰਾਜ਼ ਨਹੀਂ ਕਿ ਕੋਈ ਕਿਹੜੇ ਮਤ ਨੂੰ ਧਾਰਨ ਕਰਦਾ, ਕਿਹੜੇ ਮਤ ਨੂੰ ਪ੍ਰਚਾਰਦਾ। ਪਰ ਇੱਕ ਗੱਲ ਨਾਲ ਸਿੱਖਾਂ ਨੂੰ ਪ੍ਰੋਬਲਮ ਸੀ ਨਿਰੰਕਾਰੀਆਂ ਨਾਲ, ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਉੱਥੇ ਜਿਹੜਾ ਕੋਈ ਵਿਅਕਤੀ ਹੈ ਉਹਦੀ ਪੂਜਾ ਨਹੀਂ ਹੋ ਸਕਦੀ। ਉੱਥੇ ਉਹਦੇ ਬੈਠਣ ਦੇ ਢੰਗ 'ਚੋਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਉਹ ਉੱਚੀ ਗੱਦੀ ਨਹੀਂ ਲਾ ਸਕਦਾ। ਦੂਜੀ ਗੱਲ, ਉਹ ਆਪਦੀ ਪੂਜਾ ਨਹੀਂ, ਸਾਖਸ਼ੀ ਪੂਜਾ ਵਾਸਤੇ ਸਿੱਖ ਧਰਮ ਦੇ ਵਿੱਚ ਉਹ ਕੋਈ ਜਗ੍ਹਾ ਨਹੀਂ, ਕਿਉਂਕਿ ਇਹ ਸਿੱਖ ਫਲਸਫੇ ਦੇ ਉਲਟ ਹੈ। ਜੇ ਅਸੀਂ ਇਹ ਸਮਝਦੇ ਹਾਂ ਕਿ ਹਰ ਇੱਕ ਜਿਹੜਾ ਜੀਵ ਹੈ, ਇਨਸਾਨ ਹੈ, ਉਹਦੀ ਜਿਹੜੀ ਜੀਵ ਆਤਮਾ ਹੈ ਉਹ ਇੱਕੋ ਹੀ ਪਰਮਾਤਮਾ ਦੀ ਅੰਸ਼ ਹੈ, ਫਿਰ ਇਹ ਕਿਵੇਂ ਹੋ ਗਿਆ ਵੀ ਇਹਦੇ 'ਚ ਜਿਹੜੀ ਜੀਵ ਆਤਮਾ ਹੈ ਉਹ ਇਨਫੀਰੀਅਰ ਹੈ ਤੇ ਮੇਰੇ 'ਚ ਸੁਪੀਰੀਅਰ ਹੈ, ਜਾਂ ਮੈਂ ਸੁਪੀਰੀਅਰ ਹੋ ਗਿਆ, ਜਿਹਦਾ ਮਤਲਬ ਸਾਰੇ ਬਰਾਬਰ ਆ। ਸਾਖਸ਼ੀ ਪੂਜਾ ਉੱਥੇ ਚੱਲਦੀ ਹੈ ਜਿੱਥੇ ਬਰਾਬਰੀ ਦਾ ਸੰਕਲਪ ਟੁੱਟਦਾ ਹੈ ਕਿ ਇਹ ਉੱਤਮ ਹੈ ਤੇ ਮੈਂ ਕਿਤੇ ਤੋਂ ਨੀਵਾਂ। ਇਸ ਤਰ੍ਹਾਂ ਹੀ ਉਹਨਾਂ ਨੇ ਮਨੁੱਖਤਾ ਨੂੰ ਦਬਾ ਕੇ ਰੱਖਿਆ ਹੋਇਆ, ਸਾਰੀ ਲਪੇਟ ਕੇ। ਤੇ ਗੁਰੂ ਸਾਹਿਬ ਦਾ ਤਾਂ ਮਤਲਬ ਇਹ ਸੀ ਕਿ ਜੇ ਤੁਸੀਂ ਬੰਦੇ ਨੂੰ ਸੰਪੂਰਨ ਬਣਾਉਣਾ ਹੈ, ਕਿਉਂਕਿ ਜਿੰਨਾ ਚਿਰ ਸੰਪੂਰਨ ਵਿਕਾਸ ਨਹੀਂ ਹੋਊ ਬੰਦੇ ਦਾ, ਉਹਨਾਂ ਚਿਰ ਉਹਦਾ ਉਹ ਪਰਮਾਤਮਾ 'ਚ ਉਹਦੀ ਜੀਵ ਆਤਮਾ ਬਲੀਨ ਨਹੀਂ ਹੋ ਸਕੂ। ਉਹ ਪਹਿਲੀ ਸ਼ਰਤ ਹੈ ਉਹਦਾ ਸੰਪੂਰਨ ਵਿਕਾਸ ਹੋਵੇ। ਸੋ ਇਸ ਕਰਕੇ ਸਾਡੇ ਧਰਮ ਦੇ ਵਿੱਚ ਇਟ ਇਜ਼ ਏ ਕੁਐਸਚਨ ਆਫ ਪ੍ਰਿੰਸੀਪਲ ਫਾਰ ਅਸ ਕਿ ਸਾਖਸ਼ੀ ਪੂਜਾ ਲਈ ਕੋਈ ਜਗ੍ਹਾ ਨਹੀਂ, ਤੇ ਖਾਸ ਕਰਕੇ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ ਉੱਥੇ ਕੋਈ ਬੰਦਾ ਉਦੋਂ ਉੱਚੀ ਆਪਦਾ ਰੁਤਬਾ ਨਹੀਂ ਲੈ ਸਕਦਾ। ਨਿਰੰਕਾਰੀ ਇਹ ਕਰ ਰਹੇ ਸੀ, ਉਹ ਆਪਦਾ ਮਤ ਪ੍ਰਚਾਰ ਦੇ ਜੋ ਮਰਜ਼ੀ ਕਰਦੇ। ਇਹ ਹੰਬਲ ਰਿਕੁਐਸਟ ਸੀ ਸਿੱਖਾਂ ਦੀ। ਕਿੰਨੇ ਪਟੀਸ਼ਨਸ, ਕਿੰਨੀ ਵਾਰ ਉਹਨਾਂ ਨੂੰ ਜਾ ਕੇ ਮਿਲੇ, ਕੋਸ਼ਿਸ਼ਾਂ ਕੀਤੀਆਂ। ਉਦੋਂ ਪਹਿਲਾਂ ਅੰਮ੍ਰਿਤਸਰ ਵਾਲੀ ਘਟਨਾ ਤੋਂ ਪਹਿਲਾਂ ਮਹਿਤਾ ਚੌਕ, ਘੁਮਾਣ, ਕਈ ਥਾਵਾਂ 'ਤੇ ਇਹ ਗੱਲਾਂ ਝੜਪਾਂ ਛੋਟੀਆਂ ਹੋ ਚੁੱਕੀਆਂ ਸੀ, ਜਦੋਂ ਉਹਨਾਂ ਨੂੰ ਜਾ ਕੇ ਕਿਹਾ ਗਿਆ ਵੀ ਤੁਸੀਂ ਇਹ ਕੰਮ ਨਾ ਕਰੋ, ਪਰ ਉਹ ਨਹੀਂ ਮਤਲਬ ਵਰਜੇ। ਚਲੋ ਬਾਅਦ ਦੇ ਵਿੱਚ ਤਾਂ ਗੱਲ ਹੋ ਗਈ ਕਿ ਉਹ ਤਾਂ ਇੱਕ ਬਕਾਇਦਾ ਪਲੈਨਡ ਸਟ੍ਰੈਟਜੀ ਸੀਗੀ ਕਿ ਐਮਰਜੈਂਸੀ ਤੋਂ ਬਾਅਦ ਉਹਨਾਂ ਨੇ ਇੱਥੇ ਪੰਜਾਬ ਦੇ ਵਿੱਚ ਜਿਸ ਕਿਸਮ ਦੇ ਅਫਸਰ ਲਿਆਂਦੇ ਜਿਹੜੇ ਨਿਰੰਕਾਰੀ ਸੀਗੇ ਕੱਟੜ, ਤੇ ਉਹਨਾਂ ਨੇ ਉਸ ਨੂੰ ਇੱਕ ਫੈਲਾਉਣ ਵਾਸਤੇ ਇਟ ਵਾਜ ਏ ਪ੍ਰੋਜੈਕਟ, ਸਿੱਖਾਂ ਨੂੰ ਢਾਹ ਲਾਉਣ ਵਾਸਤੇ ਇੱਕ ਪੂਰਾ ਪ੍ਰੋਜੈਕਟ ਸੀ ਉਹਨਾਂ ਦਾ। ਸੋ ਇਹਨੂੰ ਅਸਹਿਣਸ਼ੀਲਤਾ ਕਹਿਣਾ
ਕਿਸੇ ਕੁਐਸਚਨ ਆਫ ਪ੍ਰਿੰਸੀਪਲ ਨੂੰ ਕਿ ਸਾਡਾ ਇਹ ਪ੍ਰਿੰਸੀਪਲ ਹੈ, ਇਹ ਜਾਂ ਤਾਂ ਬੇਸਮਝੀ ਚੋਂ ਜਾਂ ਬੇਈਮਾਨੀ ਚੋਂ, ਕਿਉਂਕਿ ਆਪਦੇ ਜਿਹੜਾ ਹੈਗਾ ਅਸੀਂ ਆਪਦੇ ਧਰਮ ਦੀ ਰੱਖਿਆ ਕਰਨੀ, ਇਹ ਤਾਂ ਹਰ ਇੱਕ ਦਾ ਬੁਨਿਆਦੀ ਅਧਿਕਾਰ ਹੈ। ਇਹੀ ਜੀ ਗੱਲ ਸੀ ਜਿਹਦੇ ਨਾਲ ਸਾਡਾ ਧਰਮ ਖੜ ਨਹੀਂ ਸਕਦਾ ਜੇ ਅਸੀਂ ਇਹ ਗੱਲ ਐਕਸੈਪਟ ਕਰ ਲਈ। ਸੋ ਜਿੱਥੇ ਕੁਐਸਚਨ ਇਸ ਤਰ੍ਹਾਂ ਦਾ ਕਿ ਸਾਡੇ ਵਾਸਤੇ ਇਹ ਜ਼ਿੰਦਗੀ ਮੌਤ ਦਾ ਸਵਾਲ ਹੈ, ਉੱਥੇ ਇਹਨੂੰ ਕੋਈ ਸਹਿਣਸ਼ੀਲਤਾ ਦਾ ਨਹੀਂ, ਤਾਂ ਟਰਾਈ ਟੂ ਅੰਡਰਸਟੈਂਡ। ਬਾਕੀ ਵੀ ਦੁਨੀਆ ਦੇ ਵਿੱਚ ਉਹਨਾਂ ਦੇ ਕੀਦੇ ਹੈ ਕੁਛ ਜਿਨ੍ਹਾਂ ਤੇ ਨਹੀਂ ਕਰਦੇ। ਦੂਜੀ ਗੱਲ ਇਹ ਦੰਭ ਬਹੁਤ ਹੈ। ਮਾਡਰਨ ਸੋਸਾਇਟੀ ਜਿਹੜੀ ਹੈ ਨਾ ਜੀ, ਜਿਹੜੀ ਮੀਡੀਏਵਲ ਸੋਸਾਇਟੀ ਸੀ, ਉਹ 'ਚ ਦੰਭ ਇੰਨਾ ਨਹੀਂ ਸੀ। ਜੋ ਸੀ ਉਹ ਕਹਿੰਦੇ ਸੀ ਉਵੇਂ ਕਰਦੇ ਸੀਗੇ। ਹੁਣ ਅਬਦਾਲੀ ਸੀ ਜਾਂ ਗਜਨਵੀ ਸੀ ਜਾਂ ਮੁਗਲ ਸੀਗੇ, ਉਹ ਠੀਕ ਸੀ ਵੀ ਅਸੀਂ ਸਾਡਾ ਇਸਲਾਮ ਦਾ ਅਸੀਂ ਝੰਡਾ ਕੱਢਣਾ ਹੈ ਜੀ, ਅਸੀਂ ਇਸਲਾਮ ਵਾਲੇ ਹਾਂ, ਤੁਸੀਂ ਦੂਜੇ ਹੋ, ਤੁਸੀਂ ਇਨਫੀਰੀਅਰ ਹੋ, ਤੁਸੀਂ ਕਾਫਰ ਹੋ। ਕਲੀਅਰ ਲੈਂਗੁਏਜ ਸੀਗੀ ਉਹਨਾਂ ਦੀ। ਇੱਥੇ ਦੰਭ ਹੈ। ਤੁਸੀਂ ਨੈਸ਼ਨਲ ਐਂਥਮ 'ਤੇ ਅੱਜ ਵੀ ਜਿਹੜਾ ਹਿੰਦੁਸਤਾਨ ਦਾ ਉਹ ਹੈਗਾ ਨੈਸ਼ਨਲ ਐਂਥਮ, ਉਹ 'ਤੇ ਜੇ ਕੋਈ ਬੰਦਾ ਉਹਨੂੰ ਨਹੀਂ ਮੰਨਦਾ, ਖੜਾ ਨਹੀਂ ਹੁੰਦਾ, ਉਹਦੇ ਆਦਰ ਨਹੀਂ ਦਿਖਾਉਂਦਾ, ਝੰਡੇ ਪ੍ਰਤੀ ਨਹੀਂ ਦਿਖਾਉਂਦਾ, ਤੁਸੀਂ ਉਹਨੂੰ ਕਿਵੇਂ ਕੁੱਟ-ਕੁੱਟ ਕੇ ਮਾਰ ਦਿੰਦੇ ਹੋ। ਇਹ ਸਹਿਣਸ਼ੀਲਤਾ ਤਾਂ ਇਹ ਹੈ ਜਿਹ 'ਚ ਕੁਛ ਵੀ ਦੈਵੀ ਨਹੀਂ। ਇੱਕ ਤੁਸੀਂ ਆਪਦਾ ਸਿੰਬਲ ਬਣਾ ਲਿਆ ਬਸ ਇੱਕ ਰਾਜ ਨੂੰ ਚਲਾਉਣ ਵਾਸਤੇ, ਹੈ ਨਾ। ਇਹ ਕੋਈ ਰੱਬ ਵੱਲੋਂ ਥੋੜ੍ਹਾ ਭੇਜਿਆ ਹੈ ਤਿਰੰਗਾ ਜਾਂ ਨੈਸ਼ਨਲ ਐਂਥਮ। ਅਤੇ ਸਾਡੀ ਜਿਹੜੀ ਗੁਰਬਾਣੀ ਹੈ ਉਹ ਤਾਂ ਮਤਲਬ ਉਹ ਤਾਂ ਹੈ ਹੀ ਇਲਾਹੀ ਬਾਣੀ। ਅੱਛਾ, ਉਹਦੇ ਪ੍ਰਤੀ ਜਦੋਂ ਅਸੀਂ ਆਪਦੀ ਦਿਖਾਉਂਦੇ ਹਾਂ ਨਿਸ਼ਠਾ, ਉਹ ਸਹਿਣਸ਼ੀਲਤਾ ਹੈ। ਅਤੇ ਆਪਦੀਆਂ ਹੀ ਸਿਰਜੀਆਂ ਚੀਜ਼ਾਂ ਨੂੰ ਇਸ਼ਟ ਬਣਾ ਕੇ ਸਾਡੇ ਅੱਗੇ ਪਰੋਸ ਦੇਣਾ ਅਤੇ ਇਹ ਕਹਿਣਾ ਤੁਸੀਂ ਇਹਨੂੰ ਮੰਨੋ, ਇਹ ਹੈ। ਸਾਡੀ ਹੁਣ ਤੱਕ ਦੀ ਸਾਰੀ ਕਹਾਣੀ ਸਿਧਾਂਤਕ ਤੌਰ ਤੇ ਉਸ ਜੰਗ ਬਾਰੇ ਸੀ ਜਿਸ ਬਾਰੇ ਸਾਡੇ ਦਰਸ਼ਕਾਂ ਨੇ ਹੁਣ ਤੱਕ ਬਹੁਤ ਕੁਝ ਜਾਣ ਲਿਆ ਹੈ। ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਦੋਂ ਇਹ ਸਿਧਾਂਤਕ ਹਮਲੇ ਹੋ ਰਹੇ ਸਨ, ਸਿੱਖਾਂ ਦਾ ਮੋਰਚਾ ਪੂਰਾ ਖਾਲੀ ਨਹੀਂ ਸੀ। ਕੁਝ ਕੁ ਸਿੱਖ ਵਿਦਵਾਨਾਂ ਨੇ ਆਪਣੀ ਪੂਰੀ ਵਾਹ ਲਗਾਈ। ਸੋ ਸੱਚਾਈ ਇਹ ਹੈ ਕਿ ਮੈਜੋਰਟੀ ਹੱਕ 'ਚ ਭੁਗਤੀ। ਸਿੱਖ ਵਿਦਵਾਨਾਂ 'ਚੋਂ ਅਜਿਹੇ ਨਿੱਤਰਦੇ ਰਹੇ ਨੇ ਜਿਹੜੇ ਹਰ ਮੌਕੇ ਦੇ ਉੱਤੇ ਆਪਦੀ ਆਵਾਜ਼ ਉਠਾਉਂਦੇ ਰਹੇ। ਹੁਣ ਉਸ ਮੌਕੇ ਦੇ ਉੱਤੇ ਸਰਦਾਰ ਕਪੂਰ ਸਿੰਘ ਜੀ ਨੇ ਇਹ ਲੜਾਈ ਲੜੀ, ਥਾਟ ਦੀ ਪੱਧਰ ਦੇ ਉੱਤੇ ਬੜੀ ਡਟਵੀਂ ਲੜਾਈ ਲੜੀ, ਅਤੇ ਉਹਨਾਂ ਨਾਲ ਹੋਰ ਵੀ ਸੀਗੇ। ਸੋ ਇਹ ਹੈ ਕਿ ਜਿਹੜੇ ਉਹਨਾਂ ਦੇ ਹੋਰ ਐਸਟੈਬਲਿਸ਼ਡ ਸੀਗੇ ਵਿਦਵਾਨ, ਜਿਨ੍ਹਾਂ ਨੂੰ ਆਪਦੇ ਗਰਜਾਂ ਸੀ ਕੁਛ, ਉਹ ਸਰਕਾਰ ਦੇ ਪੱਖ 'ਚ ਭੁਗਤਦੇ ਰਹੇ ਜਾਂ ਚੁੱਪ ਰਹਿੰਦੇ ਰਹੇ। ਇਹ ਹੈਗਾ ਵੀ ਦੋਹੇ ਤਰ੍ਹਾਂ ਨਾਲ ਸਿੱਖ ਵਿਦਵਾਨਾਂ ਦਾ ਜਿਹੜਾ ਰੋਲ ਆ ਸਾਹਮਣੇ ਆਉਂਦਾ। ਨੈਗੇਟਿਵ ਵੀ ਸਾਹਮਣੇ ਆਉਂਦਾ ਤੇ ਪੋਜ਼ਿਟਿਵ ਵੀ ਸਾਹਮਣੇ ਆਉਂਦਾ ਹੈਗਾ, ਕਿਉਂਕਿ ਭਾਰਤ ਸਰਕਾਰ ਸਰਕਾਰੀ ਤੌਰ ਤੇ ਬਹੁਤ ਮਜ਼ਬੂਤ ਸੀ। ਸਰਕਾਰੀ ਤੰਤਰ ਬਹੁਤ ਮਜ਼ਬੂਤ ਹੁੰਦਾ। ਜਿਹੜੀ ਸਰਕਾਰ ਚਲਾ ਰਹੀ ਹੁੰਦੀ ਆ, ਉਹਦੇ ਕੋਲ ਬਹੁਤ ਸਾਰੇ ਆਪਰੇਟਰਸ ਹੁੰਦੇ ਆ, ਨੌਕਰੀਆਂ ਦੇਣ ਦੇ, ਫੰਡਿੰਗ ਦੇਣ ਦੇ, ਜਾਂ ਉਹਨਾਂ ਨੂੰ ਹੋਰ ਬਹੁਤ ਸਾਰੀਆਂ ਉਪਾਧੀਆਂ ਦੇਣ ਦੇ। ਸੋ ਇਸ ਚੱਕਰ 'ਚੋਂ ਇਹ ਹੋਇਆ ਬਈ ਬਹੁਤ ਸਾਰੇ ਵਿਦਵਾਨ ਸਿੱਖਾਂ ਦੇ ਖਿਲਾਫ ਭੁਗਤੇ ਨੇ, ਅਤੇ ਬਹੁਤ ਸਾਰੇ ਵਿਦਵਾਨ ਫਿਰ ਜਦੋਂ ਉਹਨਾਂ ਨੂੰ ਮਹਿਸੂਸ ਹੋਇਆ ਵੀ ਸਾਡੀ ਕੌਮ 'ਤੇ ਇੱਕ ਸਿਧਾਂਤਕ ਹਮਲਾ ਹੋ ਰਿਹਾ, ਤਾਂ ਉਹ ਸਿੱਖਾਂ ਦੇ ਹੱਕ ਵਿੱਚ ਵੀ ਭੁਗਤੇ ਨੇ। ਜਿਹੜੇ ਹੱਕ ਵਿੱਚ ਭੁਗਤੇ ਨੇ, ਆਪਾਂ ਉਹਨਾਂ ਦੇ ਨਾਂ ਲੈ ਸਕਦੇ ਹੈਗੇ ਵੀ, ਜਿੱਦਾਂ ਡਾਕਟਰ ਗੁਰਭਗਤ ਸਿੰਘ ਹੋਏ, ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਹੋਏ, ਡਾਕਟਰ ਸੁਖਦਿਆਲ ਸਿੰਘ ਹੋਏ, ਜਿਨ੍ਹਾਂ ਨੇ ਸਾਰਾ ਕੰਮ ਕੀਤਾ, ਜਾਂ ਜਿਹੜੀ ਪੰਜਾਬੀ ਭਾਸ਼ਾ 'ਤੇ ਕੰਮ ਕਰ ਰਹੇ ਨੇ ਸਰਦਾਰ ਸੁੱਚਾ ਸਿੰਘ ਹੋਣੀ, ਪੰਜਾਬ ਦੀ ਆਰਥਿਕਤਾ 'ਤੇ ਜਿਹੜੇ ਕੰਮ ਕਰ ਰਹੇ ਨੇ, ਜਾਂ ਸਰਦਾਰਾ ਸਿੰਘ ਜੌਲ ਆ ਜਿਹੜੇ ਪੰਜਾਬ ਦੀ ਖੇਤੀ ਆਰਥਿਕਤਾ 'ਤੇ ਜਿਨ੍ਹਾਂ ਨੇ ਕੰਮ ਕਰਿਆ। ਉਹ ਚਾਹੇ ਉਹ ਵੱਖਰੀਆਂ ਫੈਕਲਟੀਜ਼ ਵਿੱਚ ਕੰਮ ਕਰ ਰਹੇ ਨੇ, ਪਰ ਉਹ ਕੰਮ ਇਸੇ ਕਰਕੇ, ਉਹਨਾਂ ਦਾ ਯੋਗਦਾਨ ਇਸੇ ਕਰਕੇ ਆ ਵੀ ਉਹਨਾਂ ਨੇ ਸਿੱਖ ਕੌਮ ਨੂੰ, ਪੰਜਾਬੀ ਭਾਸ਼ਾ ਨੂੰ, ਪੰਜਾਬੀ ਇਤਿਹਾਸ ਨੂੰ ਤੇ ਪੰਜਾਬ ਦੇ ਨਿਆਰੇਪਣ ਨੂੰ ਬਚਾਉਣ ਲਈ ਯਤਨ ਕੀਤਾ। ਤੇ ਦੂਜੇ ਪਾਸੇ ਦੇ ਵਿਦਵਾਨਾਂ ਦੀ ਵੀ ਲਿਸਟ ਬਹੁਤ ਲੰਬੀ ਹੈਗੀ ਆ। ਹੁਣ ਆਪਾਂ ਇੱਥੇ ਉਹ ਜ਼ਿਕਰ ਨਹੀਂ ਕਰ ਸਕਦੇ, ਪਰ ਜਿਨ੍ਹਾਂ ਨੇ ਸਰਕਾਰ ਨਾਲ ਮਿਲ ਕੇ ਪੰਜਾਬੀ ਬੋਲੀ ਦਾ ਨਾਸ਼ ਕਰਨ ਦਾ ਯਤਨ ਕੀਤਾ, ਸਿੱਖ ਧਰਮ ਦੇ ਖਿਲਾਫ ਭੁਗਤੇ ਨੇ, ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਕਰਨ ਦਾ ਕੋਸ਼ਿਸ਼ ਕੀਤੀ ਆ, ਜਾਂ ਇਸ ਤਰ੍ਹਾਂ ਦੇ ਪਰਚੇ ਪੜ੍ਹ ਕੇ ਜਾਂ ਕਿਤਾਬਾਂ ਲਿਖ ਕੇ ਇਸ ਤਰ੍ਹਾਂ ਦਾ ਯਤਨ ਕਰਿਆ
ਵੀ ਜਿਹੜੀ ਪੰਜਾਬ ਦੀ ਅਸਲੀਅਤ ਆ ਉਹ ਖਤਮ ਹੋ ਜਾਵੇ ਤੇ ਉਹਦਾ ਜਿਹੜਾ ਜਿਸ ਤਰ੍ਹਾਂ ਭਾਰਤ ਸਰਕਾਰ ਪੰਜਾਬ ਨੂੰ ਦੇਖਣਾ ਚਾਹੁੰਦੀ ਆ ਵੀ ਉਹ ਸਾਰਾ ਕੁਝ ਸਾਹਮਣੇ ਆ ਜਾਵੇ। ਸੋ ਦੋਹੇ ਤਰ੍ਹਾਂ ਦੇ ਵਿਦਵਾਨ ਮੈਦਾਨ ਵਿੱਚ ਨੇ। ਇਹ ਸਿਧਾਂਤਕ ਘੇਰਾਬੰਦੀ ਦਾ ਇੱਕ ਟਰਮ ਹੈਗੀ ਆ ਵੀ ਦੋ ਤਰ੍ਹਾਂ ਦੇ ਵਿਦਵਾਨਾਂ ਦੀ ਭੇੜ ਹੁੰਦੀ ਆ, ਉਹਦੇ 'ਚ ਫੌਜਾਂ ਨਹੀਂ ਲੜਦੀਆਂ, ਵਿਦਵਾਨ ਲੜਦੇ ਨੇ। ਉਹ ਬਹੁਤ ਲੰਮੇ ਸਮੇਂ ਤੱਕ ਸੈਂਕੜੇ ਸਾਲਾਂ ਤੱਕ ਵਿਦਵਾਨ ਲੜਦੇ ਨੇ ਤੇ ਸਾਨੂੰ ਮਾਣ ਹੈ ਹਾਲ ਦੀ ਘੜੀ ਵੀ ਬਹੁਤ ਸਾਰੇ ਸਿੱਖ ਵਿਦਵਾਨ ਜਾਂ ਪੰਜਾਬੀ ਵਿਦਵਾਨ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣੀ ਆਪਣੀ ਫੈਕਲਟੀ 'ਚ ਕੰਮ ਕਰਦੇ ਆ ਪੰਜਾਬ ਨੂੰ ਸਿਧਾਂਤਕ ਤੌਰ ਤੇ ਗੁਲਾਮ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਖਿਲਾਫ ਯਤਨ ਕਰਿਆ ਤੇ ਉਹਨਾਂ ਦੇ ਯਤਨਾਂ ਨੂੰ ਸਿੱਖਾਂ ਨੇ ਤੇ ਪੰਜਾਬੀ ਲੋਕਾਂ ਨੇ ਇੱਕ ਤਰ੍ਹਾਂ ਨਾਲ ਮਾਣ ਸਤਿਕਾਰ ਵੀ ਦਿੱਤਾ ਹੈ। ਦੇਖੋ ਸਰਦਾਰ ਜਗਜੀਤ ਸਿੰਘ ਜੀ, ਇਹਦੇ ਬਾਰੇ ਬਹੁਤ ਜਵਾਬ ਦਿੱਤੇ ਗਏ। ਇਹ 'ਚ ਸਪੈਸ਼ਲੀ ਤੁਸੀਂ ਹੁਣ ਲੈ ਲਓ ਸਰਦਾਰ ਅਜਮੇਰ ਸਿੰਘ ਦੇ ਲੈ ਲਓ, ਇਹਨਾਂ ਨੇ ਪੂਰੀ ਕਿਤਾਬ ਲਿਖੀ 1984 ਦਾ ਅਣਚਿਤਵਿਆ ਕਹਿਰ, ਨਾ ਭੁੱਲਣਯੋਗ, ਨਾ ਮੰਨਣਯੋਗ, ਨਾ ਬਖਸ਼ਣਯੋਗ। ਹੋਰ ਵੀ ਸਾਡੇ ਜਿਹੜੇ ਸਰਦਾਰ ਗੁਰਤੇਜ ਸਿੰਘ, ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ, ਹੋਰ ਬਹੁਤ ਸਾਰੇ ਰਾਈਟਰ ਹੈ, ਇਹਨਾਂ ਨੇ ਬਹੁਤ ਕੁਛ ਲਿਖਿਆ, ਬਹੁਤ ਕੁਛ ਲਿਖਿਆ ਕਿ ਜਿਹੜਾ ਅਕਾਲ ਤਖਤ ਨੂੰ ਢਾਉਣਾ ਇਹ ਸਿੱਖ ਕੌਮ ਦੀ ਕੰਡ ਲਾਉਣ ਵਾਲੀ ਗੱਲ ਸੀ। ਇਸ ਕਰਕੇ ਬਹੁਤ ਕੁਛ ਲਿਖਿਆ, ਪਰ ਜਿਹੜੇ ਵਿਕਾਊ ਕਿਸਮ ਦੇ ਬੰਦੇ ਆ ਇਹਨਾਂ 'ਚ ਖਾਸ ਕਰ ਕਾਮਰੇਡ ਜਿਹੜੇ ਆ ਉਹ ਕੀ ਕਰਦੇ ਆ, ਅੱਛਾ ਇਹਨਾਂ ਨੂੰ ਇਹ ਨਹੀਂ ਪਤਾ ਹਾਲੇ ਕਾਮਰੇਡਾਂ ਨੂੰ ਵੀ RSS ਕਾਮਰੇਡਾਂ ਨੂੰ ਵੀ ਦੁਸ਼ਮਣ ਨੰਬਰ 3 ਗਿਣਦੀ ਹੈ। RSS ਪਹਿਲੇ ਦੁਸ਼ਮਣ ਮੁਸਲਮਾਨ, ਦੂਜੇ ਦੁਸ਼ਮਣ ਉਹਨਾਂ ਦੇ ਸਿੱਖ, ਤੀਜੇ ਦੁਸ਼ਮਣ ਕਾਮਰੇਡ। RSS ਕਾਮਰੇਡਾਂ ਨੂੰ ਵੀ ਆਪਣਾ ਦੁਸ਼ਮਣ ਹੀ ਮੰਨਦੀ ਹੈ, ਪਰ ਕਾਮਰੇਡ ਜਿਹੜੇ ਇਹਨਾਂ ਨੇ ਸਭ ਤੋਂ ਜ਼ਿਆਦਾ ਜਿਹੜਾ ਸੰਤ ਪਿੰਡ ਵਾਲੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਹਨੂੰ ਗਲਤ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਸਿੱਖ ਕੌਮ ਨੇ ਉਹਨੂੰ 20ਵੀਂ ਸਦੀ ਦਾ ਮਹਾਨ ਸਿੱਖ ਕਿਹਾ। ਔਰ ਉਹਦੇ 'ਤੇ ਸਰਦਾਰ ਅਜਮੇਰ ਸਿੰਘ, ਸਰਦਾਰ ਗੁਰਤੇਜ ਸਿੰਘ, ਸਰਦਾਰ ਗੁਰਦਰਸ਼ਨ ਸਿੰਘ ਢਿੱਲੋਂ ਬਹੁਤ ਕੁਛ ਲਿਖਿਆ, ਬਹੁਤ ਕੁਛ ਲਿਖਿਆ। ਪਰ ਇਹ ਆ ਜਿਹੜੇ ਵਿਕਾਊ ਆ ਭਾਈ ਬੰਦੇ ਜਿਹਨੇ ਗੱਲ ਸਮਝ ਹੀ ਨਹੀਂ ਰਹੇ ਜਾਂ ਜਿਹਨਾਂ ਨੂੰ ਆਪਣੇ ਤੱਕ ਹੀ ਹੈ, ਤੇ ਉਹ ਭਾਈ ਫਿਰ ਹੁਣ ਜੋ ਮਰਜ਼ੀ ਲਿਖੀ ਜਾਣ। ਬੜਾ ਕੁਛ ਲਿਖ ਹੋਇਆ, ਪਰ ਪੋਜ਼ੀਟਿਵ ਵੀ ਬੜਾ ਕੁਛ ਲਿਖ ਹੋਇਆ, ਬਹੁਤ ਕੁਛ ਪੋਜ਼ੀਟਿਵ ਲਿਖ ਹੋਇਆ। ਮੈਂ ਇਹ ਬੇਨਤੀ ਕਰਦਿਆਂ ਇਹ ਨਹੀਂ ਕਿ ਪੋਜ਼ੀਟਿਵ ਲਿਖ ਨਹੀਂ ਹੋਇਆ, ਬਹੁਤ ਲਿਖ ਹੋਇਆ, ਪਰ ਸਾਡੇ ਪ੍ਰਚਾਰਕ ਜਿਹੜੇ ਆ ਉਹ ਪਾਸਾ ਰੱਖਦੇ ਹੀ ਨਹੀਂ, ਉਹ ਪੜ੍ਹਦੇ ਹੀ ਨਹੀਂ। ਆਪਾਂ ਕਈ ਵਾਰੀ ਇਹ ਗੱਲ ਕਰੇ ਆਏ ਕਿ ਸਾਡੇ ਪ੍ਰਚਾਰਕਾਂ ਨੂੰ ਮੌਕੇ ਦੇ ਲਿਹਾਜ਼ ਦੇ ਨਾਲ ਪ੍ਰਚਾਰ 'ਚ ਤਬਦੀਲੀ ਲਿਆਉਣੀ ਚਾਹੀਦੀ ਹੈ। ਸਿੱਖ ਕੌਮ ਤੇ ਸੰਕਟ ਕੀ ਹੈ? ਪਹਿਲਾਂ ਰਹਿਤ ਮਰਿਆਦਾ ਸਾਡੇ ਸੀਗਾ ਕਿ ਪਾਠ, ਕੀਰਤਨ, ਕਥਾ ਤੇ ਵਿਖਿਆਨ। ਵਿਖਿਆਨ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀਵਾਨ ਮੰਜੀ ਹਾਲ 'ਚ ਕਰਦੇ ਰਹੇ। ਵਿਖਿਆਨ 'ਚ ਕੀ ਹੁੰਦਾ ਕਿ ਸਾਡੀ ਕੌਮ ਦੇ ਸਾਹਮਣੇ ਅੱਜ ਸੰਕਟ ਕੀ ਹੈ। ਕੋਈ ਪ੍ਰਚਾਰਕ ਵੀ ਕਿਸੇ ਗੁਰਦੁਆਰੇ ਦੀ ਸਟੇਜ ਤੋਂ ਕਦੇ ਕਹਿੰਦਾ ਵੀ ਸਾਡੇ 'ਚ ਸੰਕਟ ਆ, ਸਾਡੇ ਤੇ ਸਿਧਾਂਤਕ ਹਮਲਾ ਹੋ ਗਿਆ। ਇਹ ਵਿਖਿਆਨ ਸੀ। ਔਰ ਆਮ ਸੰਗਤ ਨੂੰ ਪਤਾ ਹੀ ਨਹੀਂ ਕਿ ਸਾਡੇ ਤੇ ਏਡੀ ਵੱਡੀ ਸਾਡੀ ਸਿਧਾਂਤਕ ਘੇਰਾਬੰਦੀ ਕੀਤੀ ਗਈ, ਏਡੇ ਵੱਡੇ ਸਾਡੇ ਤੇ ਸਿਧਾਂਤਕ ਹਮਲੇ ਹੋ ਰਹੇ ਆ, ਸਾਡੀ ਹੋਂਦ ਖਤਮ ਕੀਤੀ ਜਾ ਰਹੀ ਹੈ। ਕੋਈ ਪ੍ਰਚਾਰਕ ਕਿਸੇ ਗੁਰਦੁਆਰੇ ਦੇ ਸਟੇਜ ਤੇ ਲੋਕਾਂ ਨੂੰ ਇਹ ਗੱਲ ਨਹੀਂ ਕਹਿੰਦਾ ਜਿੱਥੋਂ ਨੁਕਸਾਨ ਹੋ ਰਿਹਾ। ਹੁਣ ਪ੍ਰਚਾਰਕ ਦਾ ਫਰਜ਼ ਬਣਦਾ ਵੀ ਸਾਡੇ ਧਰਮ ਤੇ ਅਟੈਕ, ਸਾਡੀ ਹੋਂਦ ਤੇ ਅਟੈਕ, ਸਾਡਾ ਇਤਿਹਾਸ ਬਦਲਿਆ ਜਾ ਰਿਹਾ। ਤੁਹਾਡਾ ਇਹ ਫਰਜ਼ ਬਣਦਾ ਕਿ ਸੰਗਤ ਨੂੰ ਅਵੇਅਰ ਕਰੋ, ਪਰ ਨਹੀਂ ਕਰ ਰਹੇ। ਇਹ ਵੀ ਜਿਹੜੀ ਇੱਕੋ ਹੀ ਨੈਗੇਟਿਵ ਗੱਲ ਹੈ ਵੀ ਜਿਹੜਾ ਸਿੱਖ ਕੌਮ ਦਾ ਅਸਲ ਮੁੱਦਾ, ਅਸਲ ਸੰਕਟ ਆ, ਉਹਨੂੰ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਨਹੀਂ ਪ੍ਰਚਾਰਿਆ ਜਾ ਰਿਹਾ। ਛੋਟੇ ਬੱਚਿਆਂ ਨੂੰ ਰਾਸ਼ਟਰਵਾਦ ਦੇ ਨਾਲ ਜੋੜਨ ਲਈ ਸਕੂਲ ਪੱਧਰ ਤੋਂ ਕਾਰਜ ਆਰੰਭ ਕਰ ਦਿੱਤੇ ਜਾਂਦੇ ਹਨ। ਹੌਲੀ-ਹੌਲੀ ਮੀਡੀਆ ਇਸ ਖੇਤਰ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ ਤੇ ਫਿਰ ਇਸ ਤੋਂ ਬਾਅਦ ਬੱਚਿਆਂ ਨੂੰ ਰਾਸ਼ਟਰ ਭਗਤ ਬਣਾਉਣ ਲਈ ਟੀਵੀ ਸੀਰੀਅਲ, ਫਿਲਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸਕੂਲ ਵਿੱਚ ਹੋਣ ਵਾਲੀ ਪ੍ਰੇਅਰ ਤੋਂ ਲੈ ਕੇ ਸਰਕਾਰੀ ਮਹਿਕਮਿਆਂ ਵਿੱਚ ਵੱਜਦੇ ਸਲੂਟ ਇਸੇ ਹੀ ਨੀਤੀ ਦਾ ਹਿੱਸਾ ਹਨ। ਇਹ ਹੈ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ। ਉਹ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੈਗਾ। ਆਪਾਂ ਦੱਸਿਆ ਹੈਗਾ ਨਾ ਵੀ ਸਕੂਲ ਪੱਧਰ ਤੋਂ ਸ਼ੁਰੂ ਹੋ ਜਾਂਦਾ ਜਿਹੜਾ ਇੰਟੀਗ੍ਰੇਸ਼ਨ ਦਾ ਚੱਕਰ ਹੈ ਨਾ, ਵੀ ਜਿਹੜੀਆਂ ਨਿਆਰੀਆਂ ਕੌਮਾਂ ਉਹਨਾਂ ਦੇ ਇੰਟੀਗ੍ਰੇਸ਼ਨ ਦਾ, ਵੱਡੀ ਕੌਮ ਵਿੱਚ ਇੰਟੀਗ੍ਰੇਸ਼ਨ ਦਾ ਜਿਹੜਾ ਚੱਕਰ ਆ ਉਹ ਸਕੂਲ ਪੱਧਰ ਤੋਂ ਹੀ ਸ਼ੁਰੂ ਹੋ ਜਾਂਦਾ। ਸਕੂਲ ਵਿੱਚ ਪ੍ਰੇਅਰ ਕੀ ਕਰਨੀ ਆ, ਉਹਦੇ 'ਚ ਹੁਣ ਇਹ ਹੈਗਾ ਵੀ ਸਿੱਖਾਂ ਦਾ ਬੋਲਾ ਨਾ ਹੋਵੇ ਕੋਈ ਵੀ, ਹੈ ਨਾ, ਵੀ ਦੇਸ਼ ਸੇਵਾ ਬਰ ਮੋਹੇ ਹੈ ਜਾਂ ਕੋਈ ਗੁਰੂ ਸਾਹਿਬ ਦਾ ਸ਼ਬਦ, ਇਹ ਪ੍ਰੇਅਰ ਦੇ ਤੌਰ 'ਤੇ ਨਹੀਂ ਲਾਇਆ ਜਾਊਗਾ। ਜਿਹੜੀ ਪ੍ਰੇਅਰ ਉਸ ਤਰ੍ਹਾਂ ਦੀ ਲਾਈ ਜਾਊਗੀ ਜਿਹੜੀ ਦੇਸ਼ ਦੇ ਹਿੱਤ ਵਿੱਚ ਹੋਵੇ, ਵੀ ਜਿਹੜੀ ਦੇਸ਼ ਨਾਲ ਬੱਚੇ ਦੀ ਆਸਥਾ ਨੂੰ ਉਹ ਕਰਦੀ ਹੋਵੇ, ਹੈ ਨਾ।
ਆਪਣੀ ਕੌਮ ਨਾਲੇ ਆਪਣੇ ਧਰਮ ਨਾਲੋਂ ਤੋੜਿਆ ਜਾਂਦਾ ਹੈਗਾ ਬੱਚੇ ਨੂੰ। ਸੋ ਇਹ ਸਕੂਲਾਂ ਤੋਂ ਹੀ, ਫਿਰ ਕਾਲਜਾਂ ਵਿੱਚ ਜਾਂ ਕਿਤਾਬਾਂ ਵਿੱਚ, ਕਿਤਾਬਾਂ ਦੇ ਜਿਹੜੇ ਸਿਲੇਬਸ ਆ, ਹੁਣੇ ਆਪਾਂ ਨੇ ਸਾਹਮਣੇ ਹੋ ਕੇ ਹਟਿਆ ਵੀ ਗੁਰੂ ਸਾਹਿਬ ਬਾਰੇ ਕਿੰਨਾ ਕੁਛ ਸੀ ਜਿਹੜਾ ਉਹ ਸਿਲੇਬਸ ਤੋਂ ਬਾਹਰ ਕਰ ਦਿੱਤਾ ਗਿਆ ਹੋਇਆ ਹੈ ਨਾ। ਪਿਛਲੇ ਦਿਨੀ ਇਹ ਇੱਕ ਵੱਡੀ ਘਟਨਾ ਵਾਪਰੀ ਸੀ। ਸੋ ਇਹ ਲਗਾਤਾਰ ਸਿਧਾਂਤਕ ਘੇਰਾਬੰਦੀ ਵਿੱਚ ਯਤਨ ਚੱਲਦੇ ਨੇ। ਬਹੁਤ ਸਾਰੇ ਵਿਦਵਾਨ ਉਹਨਾਂ ਵੱਲੋਂ ਕਿਰਾਏ ਤੇ ਲਏ ਜਾਂਦੇ ਨੇ, ਉਹਨਾਂ ਨੂੰ ਪੈਸੇ ਦੇ ਕੇ ਬਹੁਤ ਸਾਰੀਆਂ ਕਿਤਾਬਾਂ ਲਿਖਵਾਈਆਂ ਜਾਂਦੀਆਂ ਨੇ। ਸੋ ਉਹ ਕਿਤਾਬਾਂ ਇਸ ਐਂਗਲ ਤੋਂ ਲਿਖਵਾਈਆਂ ਜਾਂਦੀਆਂ ਨੇ ਵੀ ਧਰਮ ਦੀ ਜਿਹੜੀ ਅਸਲੀ ਸਪਿਰਚੁਅਲ ਵੈਲਿਊਜ਼ ਆ ਉਹ ਖਤਮ ਹੋ ਜਾਣ, ਉਸ ਧਰਮ ਦੇ ਨਾਲ ਜੁੜੀ ਹੋਈ ਬੋਲੀ ਦੀਆਂ ਸਪਿਰਚੁਅਲ ਵੈਲਿਊਜ਼ ਖਤਮ ਹੋ ਜਾਣ, ਤਾਂ ਕਿ ਕੌਮ ਵਿੱਚ ਹੌਲੀ ਹੌਲੀ ਖੋਰਾ ਲੱਗ ਸਕੇ। ਸਿੱਖਾਂ ਦਾ ਨਿਆਰਾਪਣ, ਸ਼੍ਰੀ ਅਕਾਲ ਤਖਤ ਸਾਹਿਬ ਦਾ ਧਰਮ ਅਤੇ ਰਾਜਨੀਤੀ ਦਾ ਫਲਸਫਾ, ਇਹ ਸਾਰੀਆਂ ਗੱਲਾਂ ਵਿਰੋਧੀਆਂ ਨੂੰ ਸ਼ੁਰੂ ਤੋਂ ਹੀ ਰੜਕਦੀਆਂ ਰਹੀਆਂ। ਇਹ ਹੈ ਕਿ 1984 ਤੋਂ ਬਾਅਦ ਜਿਹੜਾ ਇੱਕ ਸੋਚਿਆ ਵੀ ਹੁਣ ਸਿੱਖਾਂ ਨੂੰ ਕਾਬੂ ਕਿਵੇਂ ਕਰਨਾ। ਇੱਥੇ ਮਿਲਟਰੀ ਲਾਤੀ, ਇੱਥੇ ਹੋਰ ਸਾਰਾ ਕੁਝ, ਉਹ ਤਾਂ ਮਈਅਰਸ ਲੈ ਰਹੇ ਰਿਪਰੈਸਿਵ। ਦੂਜਾ ਉਹਨਾਂ ਨੂੰ ਇਹ ਸੀ ਕਿ ਇਹਨਾਂ ਨੂੰ ਥਾਟ ਦੀ ਲੈਵਲ ਦੇ ਉੱਤੇ ਕੰਟਰੋਲ ਕਰੋ। 1986 ਵਿੱਚ ਚੰਡੀਗੜ੍ਹ ਦੀ ਯਾਤਰਾ ਕਰਨਾ ਹਿੰਦੂ ਫਿਰਕਾਪ੍ਰਸਤੀ ਤੇ ਸਭ ਨਾਲੋਂ ਘਿਨਾਉਣੇ ਰੂਪ ਦੇ ਦਰਸ਼ਨ ਕਰਨਾ ਸੀ। 19